ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਾਨਤ ਦੂਰ ਤੁਮਹਿ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੁਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਟੁਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਸੋਢੀ ਸੁਲਤਾਨ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਐਸੇ ਸੋਢੀ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਨਿਤਨੇਮ ਅਨੁਸਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਪ ਸੰਗਤਾਂ ਜਿੱਥੇ ਚੱਲ ਕੇ ਸਰਵਣ ਕਰਦੇ ਹੋ ਉੱਥੇ ਘਰਾਂ ਵਿੱਚ ਬੈਠ ਕਰਕੇ ਬੇਅੰਤ ਸੰਗਤਾਂ ਚੈਨਲ ਮਾਧਿਅਮ ਰਾਹੀਂ ਜੁੜੀਆਂ ਹੋਈਆਂ ਹਨ। ਵਡਭਾਗੇ ਹੋ ਇਹ ਦਰਬਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਬਾਬਤ ਗਵਾਲੀਅਰ ਦੇ ਰਹਿਣ ਵਾਲੇ ਮਹਾਤਮਾ ਸਲੋਨੇ ਵਾਲੇ ਮਹਾਂਪੁਰਖ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਉਹਨਾਂ ਕੋਲ ਕਿਸੇ ਮਹਾਰਾਜੇ ਨੇ ਆ ਕੇ ਦੁੱਖ ਰੋਏ, ਦੁੱਖਾਂ ਦੀ ਨਿਵਰਤੀ ਵਾਸਤੇ ਪੁੱਛਿਆ ਤਾਂ ਮਹਾਤਮਾ ਕਹਿਣ ਲੱਗੇ ਵੀ ਤ੍ਰੇਤੇ ਦੇ ਜਿਹੜੇ ਅਵਤਾਰ ਹੋਏ ਸ੍ਰੀ ਰਾਮ ਜੀ, ਉਹ ਕੌਤਕ ਕਰਕੇ ਸਮਾਂ ਬਿਤਾ ਕੇ ਸਮਾਂ ਆਉਣ ਤੇ ਸੰਸਾਰ ਤੋਂ ਚਲੇ ਗਏ। ਦੁਆਪਰ ਦੇ ਅਵਤਾਰ ਆਏ ਸ੍ਰੀ ਕ੍ਰਿਸ਼ਨ ਜੀ, ਸਮੇਂ ਅਨੁਸਾਰ ਉਹ ਵੀ ਸੰਸਾਰ ਤੋਂ ਚਲੇ ਗਏ। ਪਰ ਕਲਯੁਗ ਦੇ ਅੰਦਰ ਗੁਰੂ ਨਾਨਕ ਗੁਰੂ ਰਾਮਦਾਸ ਰੂਪ ਹੋ ਕੇ ਜਿੱਥੇ ਦਸਾਂ ਜਾਮਿਆਂ ਦਾ ਪ੍ਰਤੱਖ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਹੋ ਕੇ ਥਾਂ ਥਾਂ ਬਖਸ਼ਿਸ਼ਾਂ ਕਰ ਰਹੇ ਨੇ, ਉੱਥੇ ਗੁਰੂ ਰਾਮਦਾਸ ਰੂਪ ਹੋ ਕੇ ਪ੍ਰਤੱਖ ਤੌਰ ਤੇ ਹਰਿਮੰਦਰ ਸਾਹਿਬ ਦੇ ਅੰਦਰ ਸੁਸ਼ੋਭਿਤ ਹੋ ਗਏ। ਹਮੇਸ਼ਾ ਲਈ ਤਪਦੀ ਹਿਰਦਿਆਂ ਵਾਲੀ ਲੁਕਾਈ ਦੇ ਹਿਰਦਿਆਂ ਨੂੰ ਠਾਰਨ ਲਈ ਸਤਿਗੁਰੂ ਨਿਤਾ ਪ੍ਰਤੀ ਉਪਦੇਸ਼ ਬਖਸ਼ਦੇ ਆ, ਰਹਿਮਤਾਂ ਕਰਦੇ ਆ। ਅੱਜ ਜੋ ਲੁਕਾਈ ਦੇ ਤਪਦੇ ਹਿਰਦੇ ਨੂੰ ਠਾਰਨ ਲਈ ਭਰਮ ਦੀ ਭਟਕਦੀ ਲੁਕਾਈ ਨੂੰ ਸਿੱਧੇ ਮਾਰਗ ਤੇ ਪਾਉਣ ਲਈ ਸਤਿਗੁਰਾਂ ਉਪਦੇਸ਼ ਬਖਸ਼ਿਆ ਧੰਨ ਗੁਰੂ ਰਾਮਦਾਸ ਜੀ ਨੇ। ਉਹ ਪਵਿੱਤਰ ਮੁਖ ਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਸੰਗਤਾਂ ਨੇ ਸੁਣਿਆ। ਆਓ ਚਿੱਤ ਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਵਿਚਾਰ ਸਰਵਣ ਕਰੀਏ। ਵਿਚਾਰ ਦੀ ਰਮਤਾ ਦੇ ਵਿੱਚ ਸਤਿਗੁਰੂ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ
ਇਸ ਪਾਵਨ ਮੁੱਖ ਅੰਗ ਨੂੰ, ਮੁੱਖ ਵਾਕ ਨੂੰ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 680 ਅੰਗ ਉੱਪਰ ਸੁਸ਼ੋਭਿਤ ਕੀਤਾ ਹੈ। ਇਹ ਪਾਵਨ ਮੁੱਖ ਵਾਕ ਧਨਾਸਰੀ ਦੇ ਅੰਦਰ ਸਤਿਗੁਰੂ ਜੀ ਨੇ ਅੰਕਿਤ ਕੀਤਾ ਹੈ। ਗੁਰੂ ਨਾਨਕ ਦਾ ਪੰਜਵਾਂ ਜਾਮਾ, ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਪ੍ਰਤੱਖ ਹਰੀ ਰੂਪ ਦੇ ਵਿੱਚ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਨੇ ਸਨਮਾਨਿਆ। ਬਾਣੀ ਕੇ ਬੋਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਇਹ ਮੁੱਖ ਵਾਕ ਉਚਾਰਨ ਹੋਏ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਉਸ ਭੇਖੀ ਮਨੁੱਖ ਦਾ ਜ਼ਿਕਰ ਕੀਤਾ ਹੈ ਜਿਸ ਨੇ ਭੇਖ ਧਰਮ ਦਾ ਲਿਬਾਸ, ਧਰਮ ਦਾ ਪਹਿਨਿਆ ਹੋਇਆ ਹੈ। ਸੰਸਾਰ ਦੇ ਵਿੱਚ ਆਪਣੇ ਆਪ ਨੂੰ ਧਰਮੀ ਕਹਾਉਂਦਾ ਹੈ, ਆਪਣੇ ਆਪ ਦੇ ਆਚਰਣ ਨੂੰ ਵਿਖਾਉਂਦਾ ਵੀ ਮੈਂ ਬੜਾ ਚੰਗਾ, ਮੇਰਾ ਜੀਵਨ ਬੜਾ ਉੱਚਾ ਅਤੇ ਸੁੱਚਾ ਹੈ, ਪਰ ਅੰਦਰੋਂ ਉਹਦਾ ਜੀਵਨ ਮੈਲਾ ਗਾ, ਅੰਦਰੋਂ ਉਹਦਾ ਜੀਵਨ ਵਿਕਾਰੀ ਹੈ। ਅੰਦਰੋਂ ਉਹ ਮਨ ਕਰਕੇ ਗੁਰੂ ਨੂੰ, ਪਰਮੇਸ਼ਰ ਨੂੰ ਦੂਰ ਮੰਨਦਾ ਹੈ, ਜਦ ਕਿ ਵਿਖਾਵਾ ਕਰਦਾ ਹੈ ਕਿ ਮੈਂ ਪਰਮੇਸ਼ਰ ਨੂੰ ਨੇੜੇ ਮੰਨਦਾ। ਐਸੇ ਮਨੁੱਖ ਦੇ ਬਾਬਤ ਹੀ ਸਤਿਗੁਰੂ ਜੀ ਨੇ ਆਪਣੀ ਪਾਵਨ ਰਸਨਾ ਤੋਂ ਤੀਸਰੇ ਜਾਮੇ ਦੇ ਅੰਦਰ ਆਨੰਦ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਵਿੱਚ ਜ਼ਿਕਰ ਕੀਤਾ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੇ ਜਨਮ ਜੂਐ ਹਾਰਿਆ। ਜੁਆਰੀ ਦੀ ਤਰ੍ਹਾਂ ਉਹਨਾਂ ਐਸੇ ਭੇਖੀ ਮਨੁੱਖਾਂ ਨੇ, ਗੁਰੂ ਅਮਰਦਾਸ ਜੀ ਕਹਿੰਦੇ, ਸੰਗਤ ਜੀ ਆਪਣਾ ਜਨਮ ਬੇਅਰਥ ਗਵਾ ਲਿਆ। ਜਿਵੇਂ ਜੁਆਰੀ ਜੂਏ ਦੇ ਵਿੱਚ ਆਪਣਾ ਸਭ ਕੁਝ ਹਾਰ ਦਿੰਦਾ ਹੈ, ਇਵੇਂ ਸਾਰੇ ਅਮੋਲਕ ਸਵਾਸ ਉਹ ਭੇਖੀ ਮਨੁੱਖ ਇਹ ਸੰਸਾਰ ਰੂਪੀ ਬਾਜ਼ਾਰ ਦੇ ਅੰਦਰ ਮਾਇਆ ਦੇ ਛੁਲਾਵੇ ਦੇ ਵਿੱਚ ਭਰਮਿਆ ਹੋਇਆ, ਛਲ ਕਪਟ ਕਰਦਾ ਹੋਇਆ ਆਪਣਾ ਸਾਰਾ ਜੀਵਨ ਬੇਅਰਥ ਗਵਾ ਬੈਠਦਾ ਹੈ। ਕਿਉਂ ਗਵਾਉਂਦਾ? ਮਹਾਰਾਜ ਕਹਿੰਦੇ ਇਹ ਤਿਸਨਾ ਵੱਡਾ ਰੋਗ ਲੱਗਾ। ਇਹ ਪਹਿਲਾ ਕਾਰਨ, ਉਹਦੇ ਮਨ ਦੇ ਵਿੱਚ ਮਾਇਆ ਦਾ ਬੜਾ ਲੋਭ ਲਾਲਚ ਲੱਗਿਆ ਹੋਇਆ, ਤ੍ਰਿਸ਼ਨਾ ਦੇ ਬਹਿਣ ਵਿੱਚ ਵਹਿ ਰਿਹਾ। ਤ੍ਰਿਸ਼ਨਾ ਦੇ ਬਹਿਣ ਵਿੱਚ ਵਹਿ ਕੇ ਮਾਇਆ ਇਕੱਤਰਤ ਕਰਨ ਲਈ ਬੜੇ ਸਾਲ ਕਪਟ ਕਰਦਾ ਹੈ, ਦੂਸਰਿਆਂ ਨੂੰ ਛਲਦਾ ਹੈ, ਠੱਗਦਾ ਹੈ। ਇਹ ਸੋਚਦਾ ਵੀ ਮੈਨੂੰ ਕੋਈ ਵੇਖ ਨਹੀਂ ਰਿਹਾ, ਮੈਂ ਬੜਾ ਸਿਆਣਾ ਹਾਂ, ਮੈਂ ਜੋ ਕਰਦਾ ਠੀਕ ਆ, ਇਹਦਾ ਮੈਨੂੰ ਕੋਈ ਫਲ ਨਹੀਂ ਭੋਗਣਾ ਪੈਣਾ। ਉਹ ਕਿਉਂ ਕਰਦਾ ਹੈ? ਦੂਜਾ ਕਾਰਨ ਮਹਾਰਾਜ ਕਹਿੰਦੇ ਮਰਨ ਮਨੋਂ ਵਿਸਾਰਿਆ। ਉਹ ਭੁੱਲ ਗਿਆ ਵੀ ਇੱਕ ਦਿਨ ਮੈਂ ਵੀ ਮਰਨਾ ਹੈ। ਉਹ ਭੁੱਲ ਗਿਆ ਵੀ ਇੱਕ ਦਿਨ ਮੈਂ ਵੀ ਪਰਲੋਕ ਦੇ ਵਿੱਚ ਜਾ ਕਰਕੇ ਲੇਖਾ ਦੇਣਾ ਹੈ। ਉਹ ਭੁੱਲ ਗਿਆ ਵੀ ਬਾਣੀ ਦਾ ਫਰਮਾਨ ਆ, ਲੇਖਾ ਰੱਬ ਮੰਗੇਸੀਆਂ ਬੈਠਾ ਕੱਢ ਵਹੀ। ਉਹ ਭੁੱਲ ਗਿਆ ਵੀ ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਮਹਾਰਾਜ ਕਹਿੰਦੇ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ ਸੋ ਸੁਣਿਆ ਨਾਹੀ, ਫਿਰਿਆ ਜਿਉਂ ਬੇਤਾਲਿਆ। ਬੇਤਾਲਿਆਂ ਵਾਲਾ ਜੀਵਨ। ਮਹਾਰਾਜ ਕਹਿੰਦੇ ਐਸਾ ਮੂਰਖਾਂ ਵਾਲਾ ਜੀਵਨ, ਭਰਮ ਦੇ ਵਿੱਚ ਪੈ ਕੇ, ਛਲਾਵੇ ਦੇ ਵਿੱਚ ਪੈ ਕਰਕੇ, ਲੋਭ ਲਾਲਚ ਦੇ ਵਿੱਚ ਅੰਦਰ ਆ ਕਰਕੇ ਐਸਾ ਭੇਖੀ ਮਨੁੱਖ ਆਪਣਾ ਜੀਵਨ ਜੁਆਰੀ ਦੀ ਤਰ੍ਹਾਂ ਹਾਰ ਬੈਠਦਾ। ਸਤਿਗੁਰੂ ਮਹਾਰਾਜ ਨੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਐਸੇ ਭੇਖੀ ਮਨੁੱਖ ਦਾ ਜ਼ਿਕਰ ਕਰਦੇ ਹਾਂ। ਬਖਸ਼ਿਸ਼ ਕੀਤੀ ਹੈ, ਸੇਧ ਦਿੱਤੀ ਆ ਵੀ ਭਾਵੇਂ ਕੋਈ ਆਪਣੇ ਆਪ ਨੂੰ ਧਰਮ ਦੇ ਲਿਬਾਸ ਦੇ ਅੰਦਰ ਸੰਤ ਕਹਾਉਂਦਾ ਹੈ, ਪਰ ਅੰਦਰੋਂ ਸੰਤ ਵਾਲੇ ਲੱਛਣ ਜੋ ਬਾਣੀ ਨੇ ਕਹੇ ਉਹ ਨਹੀਂ ਹਨ। ਆਪਣੇ ਆਪ ਨੂੰ ਭਾਵੇਂ ਭਗਤ ਕਹਾਉਂਦਾ ਹੈ, ਪਰ ਭਗਤ ਦੀਆਂ ਜੋ ਨਿਸ਼ਾਨੀਆਂ ਬਾਣੀ ਨੇ ਕਹੀਆਂ ਉਹ ਜੀਵਨ ਵਿੱਚ ਨਹੀਂ ਧਾਰਨ ਕੀਤੀਆਂ। ਆਪਣੇ ਆਪ ਨੂੰ ਗੁਰੂ ਦਾ ਜਨ, ਗੁਰੂ ਦਾ ਸਿੱਖ ਕਹਾਉਂਦਾ ਹੈ, ਭੇਖ ਲਿਬਾਸ ਲੱਛਣ ਧਾਰੇ ਨੇ, ਪਰ ਅੰਦਰ ਸਿੱਖੀ ਅੰਸ਼ਕ ਮਾਤਰ ਵੀ ਧਾਰਨ ਨਹੀਂ ਕੀਤੀ। ਉਹ ਮਹਾਰਾਜ ਗਰੀਬ ਨਵਾਜ ਕਿਰਪਾ ਕਰਕੇ ਦੱਸਦੇ ਆ ਵੀ ਸੰਤ ਭਗਤ ਜਨ ਕੌਣ ਹੈ।
ਭੇਖੀ ਮਨੁੱਖ ਕੀ ਕਰਦਾ ਜੀਵਨ ਦੇ ਅੰਦਰ, ਇਹ ਸਤਿਗੁਰੂ ਜੀ ਨੇ ਪਾਵਨ ਸ਼ਬਦ ਸੇਧ ਬਖਸ਼ੀ ਹੈ। ਆਰੰਭ ਤੋਂ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਜਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਤਨਾਸਰੀ ਦੇ ਅੰਦਰ ਫਰਮਾਉਂਦੇ ਆ, ਜਤਨ ਕਰੈ ਮਾਨੁਖ ਡਹਿਕਾਵੈ। ਮਹਾਰਾਜ ਕਹਿੰਦੇ ਮਨੁੱਖ ਯਤਨ ਕਰਦਾ ਮਾਇਆ ਇਕੱਠੀ ਕਰਨ ਦੇ। ਮਾਨੁਖ ਡਹਿਕਾਵਾ, ਮਨੁੱਖਾਂ ਨੂੰ ਲੋਕਾਈ ਨੂੰ ਡਹਿਕਾਵਾ, ਛਲਦਾ ਹੈ, ਕਪਟ ਕਰਦਾ ਹੈ, ਧੋਖਾ ਦਿੰਦਾ ਹੈ। ਭੁੱਲ ਬੈਠਦਾ ਵੀ ਮੈਨੂੰ ਉਹ ਪਰਮੇਸ਼ਰ ਵੇਖ ਰਿਹਾ ਹੈ। ਅਕਸਰ ਆਪਾਂ ਬਾਜ਼ਾਰਾਂ ਦੇ ਵਿੱਚ ਵੇਖਦੇ ਹਾਂ, ਕੈਮਰੇ ਲੱਗੇ ਹੁੰਦੇ ਆ, ਸਟicker ਲੱਗੇ ਹੁੰਦੇ ਆ ਥਾਂ ਥਾਂ ਵੀ ਤੁਸੀਂ CCTV ਕੈਮਰੇ ਦੀ ਨਿਗਰਾਨੀ ਹੇਠ ਹੋ। ਉਹ ਸਿਆਣਿਆਂ ਨੂੰ ਕਾਢ ਤਾਂ ਕੱਢਣੀ ਪਈ ਕਿਉਂਕਿ ਮਨੁੱਖ ਵੇਖਦਾ ਵੀ ਮੈਨੂੰ ਕੋਈ ਵੇਖ ਤਾਂ ਨਹੀਂ ਰਿਹਾ, ਜੇ ਨਹੀਂ ਵੇਖਦਾ ਤਾਂ ਮੈਂ ਗਲਤ ਕੰਮ ਕਰ ਲਵਾਂ। ਇਹ ਮਨੁੱਖ ਦੀ ਫਿਦਰਤ ਬਣ ਚੁੱਕੀ ਹੈ। ਮਨੁੱਖ ਚੋਰੀ ਜਾਰੀ ਦੇ ਕੋਈ ਕਰਮ ਕਰਦਾ ਹੈ। ਉਹ ਚੋਰੀ ਦੇ ਕਾਰਨ ਲੱਭਣ ਦੇ ਲਈ, ਚੋਰਾਂ ਨੂੰ ਫੜਨ ਦੇ ਲਈ, ਬੇਵਿਚਾਰੀਆਂ ਨੂੰ ਫੜਨ ਦੇ ਲਈ, ਠੱਗਾਂ ਨੂੰ ਫੜਨ ਦੇ ਲਈ ਥਾਂ ਥਾਂ ਸਰਕਾਰਾਂ, ਕੰਪਨੀਆਂ, ਸੰਸਥਾਵਾਂ, ਇੱਥੋਂ ਤੱਕ ਕਿ ਲੋਕਾਂ ਨੇ ਹੁਣ ਆਪਣੇ ਘਰਾਂ ਤੱਕ ਵੀ CCTV ਕੈਮਰੇ ਲਾ ਲਏ ਆ। ਇਹ ਤਾਈਓ ਲਾਏ ਆ ਕਿਉਂਕਿ ਚੋਰਾਂ ਦੀ, ਠੱਗਾਂ ਦੀ, ਜਾਲਸਾਜ਼ਾਂ ਮਨੁੱਖਾਂ ਦੀ ਗਿਣਤੀ ਵੱਧ ਗਈ ਹੈ ਨਾ। ਫਿਰ ਜਿੱਥੇ ਵੀ CCTV ਕੈਮਰਾ ਲੱਗਿਆ ਹੁੰਦਾ ਉੱਥੇ ਬਾਹਰ ਲਿਖ ਕੇ ਲਾਇਆ ਹੁੰਦਾ ਵੀ ਸਾਵਧਾਨ, ਤੁਸੀਂ ਕੈਮਰੇ ਦੀ ਨਿਗਰਾਨੀ ਹੇਠ ਹੋ, ਤਾਂ ਕਿ ਮਨੁੱਖ ਸੁਚੇਤ ਹੋ ਜਾਵੇ। ਅੱਜ ਤਾਂ ਹੱਦ ਹੋ ਗਈ। ਅੱਜ ਕੱਲ੍ਹ ਤਾਂ ਜਿੱਥੇ CCTV ਲੱਗਿਆ, ਸਟicker ਵੀ ਲਿਖਿਆ, ਉੱਥੇ ਵੀ ਮਨੁੱਖ ਜਾ ਕੇ ਠੱਗੀਆਂ ਚੋਰੀਆਂ ਕਰਦਾ, ਕਿਉਂਕਿ ਮਨੁੱਖ ਦੇ ਮਨ 'ਚ ਭੈ ਨਹੀਂ ਰਿਹਾ, ਡਰ ਨਹੀਂ ਰਿਹਾ। ਇਹ ਮਨੁੱਖ ਇਸੇ ਤਰ੍ਹਾਂ ਭੁੱਲ ਗਿਆ ਵੀ ਜਿਹੜੀਆਂ ਅੱਖਾਂ ਨਾਲ ਤੂੰ ਵੇਖ ਰਿਹਾ ਹੈ, ਇਹ ਅੱਖਾਂ ਦੇ ਅੰਦਰ ਵੇਖਣ ਵਾਲੀ ਜੋਤ, ਵੇਖਣ ਵਾਲਾ ਉਹ ਆਪ ਪਰਮੇਸ਼ਰ ਹੀ ਅੰਦਰ ਵੇਖ ਰਿਹਾ। ਉਹੀ ਤੇਰੇ ਹਿਰਦੇ ਅੰਦਰ ਬੈਠਾ ਤੈਨੂੰ ਬਾਚ ਰਿਹਾ, ਤੇਰੇ ਕੋ ਕਰਮਾਂ ਨੂੰ ਦੇਖ ਰਿਹਾ। ਇਹ ਭੁੱਲ ਗਿਆ ਵੀ ਉਹ ਅੰਤਰਜਾਮੀ ਜਾਨਾ ਹੈ। ਮਨੁੱਖ 100 ਪੜਦੇ ਕਰਦਾ ਹੈ, ਇੱਥੇ ਮੈਨੂੰ ਬੇਵਿਚਾਰ ਕਰਦੇ ਨੂੰ ਕੋਈ ਵੇਖਦਾ ਨਹੀਂ। ਮਹਾਰਾਜ ਕਹਿੰਦੇ ਦੇ ਕਵਾੜ ਅਨਕ ਪੜਦੇ ਮਹਿ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਾਕਾ। ਇੱਥੇ ਤਾਂ ਤੂੰ 100 ਸਾਧਨ ਵਰਤਦਾ ਹੈ, 100 ਸਿਕਿਉਰਟੀਆਂ ਲਾਉਣਾ ਹੈ ਵੀ ਮੈਨੂੰ ਕੋਈ ਵੇਖ ਨਾ ਸਕੇ, ਮੇਰੇ ਲੱਛਣ ਕੋਈ ਵੇਖ ਨਾ ਜਾਵੇ। ਕਿਸੇ ਸਿਆਣੇ ਦਾ ਕਥਨ ਹੈ ਵੀ ਜੇ ਮਨੁੱਖ ਦੇ ਮਨ ਦੇ ਕਾਲੇ ਫੁਰਨਿਆਂ ਨੂੰ, ਗੰਦੇ ਫੁਰਨਿਆਂ ਨੂੰ ਪਰਿਵਾਰ ਦੇ ਜੀਵ ਵੀ ਵੇਖ ਲੈਣ, ਉਹ ਵੀ ਉਹਨੂੰ ਮੂੰਹ ਨਾ ਲਾਉਣ। ਲੋਕਾਂ ਨੇ ਤਾਂ ਮੂੰਹ ਲਾਉਣਾ ਹੀ ਕੀ ਆ। ਇੰਨੇ ਗੰਦੇ ਫੁਰਨੇ ਮਨੁੱਖ ਦੇ ਹਰ ਸਮੇਂ ਚੱਲਦੇ ਰਹਿੰਦੇ। ਇਹ ਤਾਂ ਸਤਿਗੁਰੂ ਆ ਜਿਹੜਾ ਪੜਦੇ ਢੱਕਦਾ, ਦਇਆਲੂ ਹੈ। ਪਰ ਮਨੁੱਖ ਗੁਰੂ ਪਰਮੇਸ਼ਰ ਨੂੰ ਵੀ ਧੋਖਾ ਦੇਣਾ ਚਾਹੁੰਦਾ ਹੈ। ਸਿੱਖ ਇਤਿਹਾਸ ਨੂੰ ਜਦੋਂ ਵਾਚਦੇ ਆ, ਕਲਗੀਧਰ ਪਾਤਸ਼ਾਹ ਦੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ, ਆਨੰਦਪੁਰ ਦੀ ਰਮਣੀਕ ਧਰਤੀ ਤੇ ਸਤਿਗੁਰੂ ਮਹਾਰਾਜ ਗਰਮੀਆਂ ਦੇ ਰੁੱਤ ਦੇ ਵਿੱਚ ਸ਼ਾਮਾਂ ਦੇ ਸਮੇਂ ਸਤਿਗੁਰੂ ਮਹਾਰਾਜ ਸੰਧਿਆ ਦੇ ਨਿਤਨੇਮ ਤੋਂ ਬਾਅਦ ਆਰਾਮ ਕਰਨ ਦੇ ਲਈ ਵਿਰਾਜੇ ਨੇ। ਤਖਤ ਸਾਹਿਬ ਦੇ ਨੇੜੇ ਹੀ ਦੋ ਸਿੱਖ ਆਪਸ ਵਿੱਚ ਗੱਲਬਾਤ ਕਰ ਰਹੇ ਹੈ। ਜਿੱਥੇ ਗੱਲਬਾਤ ਹੋ ਰਹੀ ਹੈ ਉਹ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਖਿਡਾਵੇ, ਜਿਹਨੂੰ ਬਾਣੀ ਦੇ ਵਿੱਚ ਦਾਇਆ ਕਿਹਾ, ਦਿਵਸ ਰਾਤ ਦੋਏ ਦਾਈ ਲਾਇਆ। ਇਸਤਰੀ ਜਿਹੜੀ ਬੱਚਿਆਂ ਦੀ ਖਿਡਾਵੀ ਹੁੰਦੀ ਹੈ ਉਹਨੂੰ ਦਾਈ ਕਹਿੰਦੇ ਆ, ਦਾਇਆ ਕਹਿੰਦੇ ਆ ਵੀ ਜਿਹੜਾ ਪੁਰਖ ਹੋਵੇ, ਬੱਚਿਆਂ ਦੀ ਸੰਭਾਲ ਕਰਨ ਵਾਲੀ, ਬੱਚਿਆਂ ਨੂੰ ਜਨਮ ਦਿਵਾਉਣ ਵਾਲੀ ਨੂੰ ਪੁਰਾਤਨ ਸਮੇਂ ਦਾਈ ਕਹਿੰਦੇ। ਸਾਹਿਬਜ਼ਾਦਿਆਂ ਦੇ ਦਾਇਆ ਜਿਹੜਾ ਸੀ, ਖਿਡਾਵਾ ਸੀ ਲਾਹੌਰਾ ਸਿੰਘ, ਉਹਦੇ ਨਾਲ ਉਹਦੇ ਘਰ ਵਿੱਚ ਭਾਈ ਮਾਲਾ ਸਿੰਘ ਗੱਲਬਾਤ ਕਰ ਰਿਹਾ। ਗੱਲਬਾਤ ਕੀ ਹੋ ਰਹੀ ਹੈ? ਭਾਈ ਮਾਲਾ ਸਿੰਘ ਸਾਹੂਕਾਰ ਸੀ,
ਕਿਸੇ ਸਮੇਂ ਲਾਹੌਰਾ ਸਿੰਘ ਨੇ ਜਾ ਕੇ ਕਿਹਾ, ਭਾਈ ਮਾਲਾ ਸਿੰਘ, ਮੈਨੂੰ ਮਾਇਆ ਦੀ ਲੋੜ ਹੈ। ਭਾਈ ਮਾਲਾ ਸਿੰਘ ਨੇ ਲਾਹੌਰਾ ਸਿੰਘ ਨੂੰ ਵੇਖਿਆ ਵੀ ਇਹ ਸਤਿਗੁਰੂ ਦੇ ਸਾਹਿਬਜ਼ਾਦਿਆਂ ਦਾ ਨਜ਼ਦੀਕੀ ਸਿੱਖ ਹੈ, ਗੁਰੂ ਘਰ ਦਾ ਸਿੱਖ ਹੈ, ਸਿੰਘ ਹੈ। ਉਹਨੇ ਬਿਨਾਂ ਲਿਖਤੀ ਤੋਂ, ਬਿਨਾਂ ਵਿਆਜ ਤੋਂ ਉਹਨੂੰ ਮਾਇਆ ਦੇ ਦਿੱਤੀ। ਕਹਿ ਦਿੱਤਾ ਵੀ ਜਦੋਂ ਤੇਰੇ ਕੋਲ ਹੋਵੇਗੀ ਦੇ ਦੇਵੇਂ। ਸਮਾਂ ਐਸਾ ਆਇਆ, ਕਈ ਸਾਲ ਬੀਤ ਗਏ, ਭਾਈ ਲਾਹੌਰਾ ਸਿੰਘ ਨੇ ਮਾਇਆ ਆਪੂ ਵਾਪਸ ਨਾ ਕੀਤੀ, ਮਾਲਾ ਸਿੰਘ ਨੇ ਮੰਗੀ ਨਾ। ਮਾਲਾ ਸਿੰਘ ਦੇ ਕਿਤੇ ਬਿਜ਼ਨਸ ਦੇ ਵਿੱਚ ਕਿਤੇ ਘਾਟਾ ਪਿਆ, ਲੋੜ ਐਸੀ ਪਈ ਉਹਨੂੰ, ਮਾਇਆ ਦਾ ਸਾਧਨ ਨਾ ਬਣੇ। ਉਹ ਲਾਹੌਰਾ ਸਿੰਘ ਕੋਲੇ ਆਇਆ, ਆ ਕੇ ਕਹਿਣ ਲੱਗਿਆ, ਭਾਈ ਲਾਹੌਰਾ ਸਿੰਘ, ਵੇਖ, ਜਦੋਂ ਤੈਨੂੰ ਲੋੜ ਸੀ ਮੈਂ ਬਿਨਾਂ ਵਿਆਜ ਤੋਂ, ਬਿਨਾਂ ਲਿਖਤ ਤੋਂ ਤੈਨੂੰ ਮਾਇਆ ਦਿੱਤੀ, ਅੱਜ ਮੈਨੂੰ ਲੋੜ ਹੈ, ਤੂੰ ਮਾਇਆ ਕਿਤੋਂ ਸਾਧਨ ਕਰ, ਮੈਨੂੰ ਮਾਇਆ ਮੇਰੀ ਵਾਪਸ ਕਰ ਦੇ। ਜਦੋਂ ਫੇਰ ਮੇਰੇ ਕੋਲੇ ਆ ਗਈ ਮੈਂ ਤੈਨੂੰ ਫੇਰ ਦੇ ਦੇਵਾਂਗਾ। ਅੱਗੋਂ ਭਾਈ ਲਾਹੌਰਾ ਸਿੰਘ ਨੇ ਛਲ ਕਰਨਾ ਚਾਹਿਆ, ਯਤਨ ਕਰੇ ਮਾਨੁਖ ਡਹਿਕਾਵੈ। ਛਲਣ ਦਾ ਯਤਨ ਕਰਦਾ ਹੈ, ਠੱਗਣ ਦਾ ਯਤਨ ਕਰਦਾ ਹੈ। ਮਾਲਾ ਸਿੰਘ ਨੂੰ ਲਾਹੌਰਾ ਸਿੰਘ ਕਹਿਣ ਲੱਗਿਆ, ਮਾਲਾ ਸਿੰਘ, ਕਿਹੜੀ ਮਾਇਆ, ਕਿਹੜੀ ਮਾਇਆ ਦੀ ਗੱਲ ਕਰਦਾ ਹੈ? ਕਹਿੰਦਾ, ਉਹ ਮਾਇਆ ਜਿਹੜੀ ਤੂੰ ਮੈਥੋਂ ਲੈ ਕੇ ਗਿਆ ਸੀ। ਕਹਿੰਦਾ, ਤੈਨੂੰ ਪਤਾ ਸਤਿਗੁਰੂ ਜੀ ਨੇ ਕਿਹਾ, ਕੇਤੇ ਲੈ ਲੈ ਮੁੱਕਰ ਪਾਹੇ। ਉਹ ਕਹਿਣ ਲੱਗਿਆ, ਸਤਿਗੁਰੂ ਜੀ ਨੇ ਤਾਂ ਇਹ ਵੀ ਕਿਹਾ, ਕੇਤੇ ਮੂਰਖ ਖਾਹੀ ਖਾਹੇ। ਅੱਗੋਂ ਲਾਹੌਰਾ ਸਿੰਘ ਕਹਿਣ ਲੱਗਿਆ, ਸਤਿਗੁਰੂ ਜੀ ਤਾਂ ਕਹਿੰਦੇ ਲੇਖਾ ਕੋਈ ਨਾ ਪੁੱਛੇ, ਜਾ ਹਰ ਬਖਸ਼ੰਦਾ। ਵੀ ਸਤਿਗੁਰੂ ਜੀ ਕਹਿੰਦੇ ਮੈਂ ਸਿੱਖ ਤੋਂ ਲੇਖਾ ਨਹੀਂ ਲੈਂਦਾ, ਤੂੰ ਕਹਿਣਾ ਵੀ ਜੇ ਮੇਰੀ ਮਾਇਆ ਨਾ ਮੋੜੀ ਤੈਨੂੰ ਲੇਖਾ ਦੇਣਾ ਪੈਣਾ। ਮਾਲਾ ਸਿੰਘ, ਕੋਈ ਲੇਖਾ ਨਹੀਂ ਦੇਣਾ ਪੈਂਦਾ ਮੈਨੂੰ, ਲੇਖਾ ਕੋਈ ਨਾ ਪੁੱਛੇ, ਜਾ ਹਰ ਬਖਸ਼ੰਦਾ। ਉੱਪਰ ਕਲੰਗੀਆਂ ਵਾਲੇ ਪਿਤਾ ਸਤਿਗੁਰੂ ਮਹਾਰਾਜ ਬਿਰਾਜੇ ਹੋਏ ਸੁਣ ਰਹੇ ਨੇ ਇਹਨਾਂ ਦੀ ਆਵਾਜ਼। ਬੜੀ ਇਕਾਂਤ ਧਰਤੀ ਸੀ, ਥੱਲਿਓਂ ਘਰ ਦੀ ਆਵਾਜ਼ ਤਖਤ ਸਾਹਿਬ ਤੇ ਜਾ ਰਹੀ ਸੀ, ਤੇ ਕਲੰਗੀਆਂ ਵਾਲੇ ਪਿਤਾ ਨੇ ਉੱਚੀ ਆਵਾਜ਼ 'ਚ, ਗਰਜਵੀਂ ਆਵਾਜ਼ 'ਚ, ਕੜਕਵੀਂ ਆਵਾਜ਼ ਦੇ ਵਿੱਚ, ਤਾੜਨਾ ਭਰੇ ਲਹਿਜੇ ਦੇ ਵਿੱਚ ਕਿਹਾ, ਲਾਹੌਰਾ ਸਿੰਘ, ਕੀ ਕਰਦਾ ਹੈ? ਜੇ ਬਾਣੀ ਦਾ ਤੈਨੂੰ ਇਹਨੇ ਪ੍ਰਮਾਣ ਦਿੱਤਾ ਹੈ ਕਿ ਤੇ ਮੂਰਖ ਖਾਹੀ ਖਾਏ, ਤੂੰ ਸਮਝਦਾ ਨਹੀਂ, ਤੂੰ ਫੇਰ ਕਹਿ ਰਿਹਾ ਲੇਖਾ ਕੋਈ ਨਾ ਪੁੱਛੇ। ਠੀਕ ਹੈ, ਤੂੰ ਗੁਰੂ ਕੇ ਸਾਹਿਬਜ਼ਾਦਿਆਂ ਦਾ, ਸਾਡੇ ਘਰ ਦਾ ਖਿਡਾਵਾ ਹੈ, ਪਰ ਤੂੰ ਜਿਹੜਾ ਇਹ ਮਾਇਆ ਠੱਗਣ ਦਾ ਯਤਨ ਕਰ ਰਿਹਾ ਨਾ, ਛਲ ਕਰਦਾ ਭਾਈ ਮਾਲਾ ਸਿੰਘ ਨਾਲ, ਇਹਦਾ ਲੇਖਾ ਤੈਨੂੰ ਦੇਣਾ ਹੀ ਪੈਣਾ। ਇਹ ਤੂੰ ਕਰਮ ਬਣਾ ਰਿਹਾ, ਇਹ ਕੰਮ ਨਾ ਕਰ। ਹਨੇਰੇ ਦੇ ਵਿੱਚ ਆਵਾਜ਼ ਆਈ, ਪਤਾ ਨਾ ਲੱਗਿਆ ਵੀ ਆਵਾਜ਼ ਸਤਿਗੁਰੂ ਜੀ ਦੀ ਕਿੱਥੋਂ ਆਈ ਹੈ। ਡਰ ਗਿਆ, ਸਹਿਮ ਗਿਆ, ਪਸੀਨੋ ਪਸੀਨੀ ਹੋ ਗਿਆ ਲਾਹੌਰਾ ਸਿੰਘ। ਹੁਣ ਕਲੰਗੀਆਂ ਵਾਲੇ ਦੀ ਆਵਾਜ਼ ਦੇ ਵਿੱਚ ਤਾਲਣਾ ਹੋਵੇ ਤੇ ਮਨੁੱਖ ਸੁਧਰੇ ਨਾ, ਇਹ ਕਿਤੇ ਹੋ ਸਕਦਾ ਹੈ? ਕਲੰਗੀਆਂ ਵਾਲੇ ਦੀ ਤਾਲਣਾ ਦੀ ਆਵਾਜ਼ ਸੁਣ ਕੇ ਤਾਂ ਵੱਡੇ ਵੱਡੇ ਪਹਾੜਾਂ ਵਾਲੇ, ਪੱਥਰਾਂ ਹਿਰਦਿਆਂ ਵਾਲੇ ਵੀ ਸੁਣ ਕੇ ਕੰਬ ਜਾਂਦੇ ਸੀ। ਲਾਹੌਰਾ ਸਿੰਘ ਨੇ ਰਾਤੇ ਰਾਤ ਕਿਤੋਂ ਮਾਇਆ ਦਾ ਸਾਧਨ ਕੀਤਾ, ਮਾਇਆ ਇਕੱਠੀ ਕਰਕੇ ਜਿਹੜੀ ਦੇਣੀ ਸੀ ਵਾਪਸ ਸਵੇਰੇ ਭਾਈ ਮਾਲਾ ਸਿੰਘ ਦੇ ਘਰ ਦੇ ਵਿੱਚ ਜਾ ਕੇ ਦੇ ਕੇ ਆਇਆ। ਦਿਨ ਦੇ ਸਮੇਂ ਜਦੋਂ ਦੀਵਾਨ ਸਜਿਆ, ਦੀਵਾਨ ਦੇ ਵਿੱਚ ਸਾਰੇ ਸਿੰਘਾਂ ਦੇ ਵਿੱਚ ਬੈਠਿਆਂ ਹੋਇਆ ਭਾਈ ਮਾਲਾ ਸਿੰਘ ਤੇ ਲਾਹੌਰਾ ਸਿੰਘ ਵੀ ਸੰਗਤ ਵਿੱਚ ਆਏ ਨੇ। ਤੇ ਲਾਹੌਰਾ ਸਿੰਘ ਅੱਜ ਸਿਰ ਨਹੀਂ ਉੱਚਾ ਚੁੱਕ ਰਿਹਾ, ਨੀਵੀਂ ਪਾਈ ਹੋਈ ਹੈ, ਸ਼ਰਮਿੰਦਾ ਹੈ। ਮਹਾਰਾਜ ਨੇ ਫਿਰ ਪੁੱਛਿਆ, ਲਾਹੌਰਾ ਸਿੰਘ ਖੜਾ ਹੋ ਸਾਰੀ ਸੰਗਤ ਵਿੱਚ। ਜਦੋਂ ਲਾਹੌਰਾ ਸਿੰਘ ਖੜਾ ਹੋਇਆ, ਮਹਾਰਾਜ ਕਹਿਣ ਲੱਗੇ, ਲਾਹੌਰਾ ਸਿੰਘ, ਜੋ ਰਾਤ ਬੀਤਿਆ ਸਾਰੀ ਸੰਗਤ ਨੂੰ ਸੁਣਾ। ਹੁਣ ਸਤਿਗੁਰੂ ਦਾ ਹੁਕਮ ਹੋਵੇ ਤੇ ਸੁਣਾਵੇ ਕਿਵੇਂ ਨਾ। ਜਦੋਂ ਸਾਰੀ ਵਾਰਤਾ ਸੰਗਤ ਨੇ ਸੁਣੀ, ਮਹਾਰਾਜ ਨੇ ਤਾੜਨਾ ਦੇ ਵਿੱਚ ਕਿਹਾ, ਸਾਰੀ ਸੰਗਤ ਸੁਣ ਲਓ, ਸਾਰੇ ਸਿੰਘ ਸੁਣ ਲਓ, ਕਿਸੇ ਵੀ ਸਿੱਖ ਨੇ ਕਿਸੇ ਤੋਂ ਮਾਇਆ ਲੈ ਕੇ, ਪਦਾਰਥ ਲੈ ਕੇ ਮੁੱਕਰਨਾ ਨਹੀਂ। ਜੇ ਮੋੜਨਾ ਕੀਤਾ ਤਾਂ ਮੋੜਨਾ ਹੈ। ਤੁਸੀਂ ਗੁਰੂ ਨੂੰ ਵਿੱਚ ਲੈ ਕੇ, ਗੁਰੂ ਨੂੰ ਜਾਮਨ ਬਣਾ ਕੇ ਛਲ ਆਪ ਕਰਦੇ ਹੋ ਤੇ ਦੋਸ਼ ਗੁਰੂ ਤੇ ਲਾਉਣੇ। ਗੁਰੂ ਨੇ ਕਿਹਾ ਲੇਖਾ ਨਹੀਂ ਗੁਰੂ ਨੇ ਲੈਣਾ।
ਇਹ ਕਿਵੇਂ ਹੋ ਸਕਦਾ ਵੀ ਪਾਪ ਤੁਸੀਂ ਕਰੋ, ਛਲ ਤੁਸੀਂ ਕਰੋ, ਠੱਗੋ ਤੁਸੀਂ ਤੇ ਬਚਾਵੇ ਗੁਰੂ। ਮਹਾਰਾਜ ਕਹਿੰਦੇ ਤੁਸੀਂ ਬਾਣੀ ਨਹੀਂ ਪੜ੍ਹੀ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਹਾਮਾ ਮਹਾਰਾਜ ਕਹਿੰਦੇ ਉਹਦੀ ਕਦੇ ਨਹੀਂ ਭਰਦਾ, ਜਿਹੜਾ ਮੁਰਦਾਰ ਖਾਂਦਾ ਉਹਦੀ ਹਾਮਾ ਭਰਦਾ, ਜਿਹੜਾ ਮੁਰਦਾਰ ਨਹੀਂ ਖਾਂਦਾ। ਮੁਰਦਾਰ ਕੀ ਹੈ? ਪਰਾਇਆ ਧਨ, ਪਰਾਇਆ ਤਨ। ਪਰ ਧਨ ਤੇ ਪਰ ਤਨ ਤੋਂ ਜਿਹੜਾ ਬਚ ਕੇ ਰਹਿੰਦਾ ਹੈ ਉਹਦੀ ਗੁਰੂ ਪਰਲੋਕ ਵਿੱਚ ਹਾਮੀ ਭਰਦੇ ਆ। ਮਹਾਰਾਜ ਕਹਿੰਦੇ ਲਾਹੌਰਾ ਸਿੰਘ ਅੱਜ ਤੋਂ ਬਾਅਦ ਕਦੇ ਵੀ ਕਿਸੇ ਦੀ ਮਾਇਆ ਨਹੀਂ ਤੈਂ ਛਲਣੀ। ਅੱਜ ਵੀ ਸਤਿਗੁਰੂ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਯਤਨ ਕਰੈ ਮਾਨੁਖ ਡਹਿਕਾਵੈ। ਮਨੁੱਖ ਭੁੱਲ ਗਿਆ ਵੀ ਉਹ ਵਾਹਿਗੁਰੂ ਉਹ ਅੰਤਰਜਾਮੀ ਜਾਣੈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਮਨੁੱਖ ਭੁੱਲ ਗਿਆ ਵੀ ਉਹ ਵਾਹਿਗੁਰੂ ਮੇਰੇ ਕੁਕਰਮਾਂ ਨੂੰ ਜਾਣਦਾ ਹੈ, ਮੇਰੇ ਔਗਣਾਂ ਨੂੰ ਜਾਣਦਾ ਹੈ, ਮੇਰੇ ਸੰਕਲਪਾਂ ਨੂੰ ਵੀ ਜਾਣਦਾ ਹੈ, ਫੁਰਨਿਆਂ ਨੂੰ ਵੀ ਜਾਣਦਾ ਹੈ, ਚਿਤਵਨੀਆਂ ਨੂੰ ਵੀ ਜਾਣਦਾ ਹੈ। ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ, ਉਹ ਅੰਦਰ ਦੀ ਜਾਣਦਾ, ਹਿਰਦੇ ਵਿੱਚ ਜੋ ਕੁਝ ਹੋ ਰਿਹਾ ਉਹ ਸਭ ਜਾਣਦਾ। ਪਰ ਹੱਦ ਉਦੋਂ ਹੋ ਗਈ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ। ਭਾਈ ਗੁਰਦਾਸ ਜੀ ਕਹਿੰਦੇ ਵੀ ਜਿਸ ਵੇਲੇ ਕੋਈ ਮਨੁੱਖ ਚੋਰ ਤੋਂ ਡਰਦਾ ਹੈ, ਡਾਕੂਆਂ ਤੋਂ ਡਰਦਾ ਹੈ, ਲੁਟੇਰਿਆਂ ਤੋਂ ਡਰਦਾ ਹੈ, ਉਹ ਰਾਜੇ ਦੇ ਦੁਆਰੇ ਤੇ ਜਾ ਕੇ ਪੁਕਾਰ ਕਰਦਾ ਹੈ ਵੀ ਰਾਜਾ ਮੇਰੀ ਰੱਖਿਆ ਕਰੇਗਾ। ਭਾਈ ਗੁਰਦਾਸ ਜੀ ਕਹਿੰਦੇ ਜੇ ਰਾਜਾ ਹੀ ਕਹਾਂ ਜਾ ਕੇ ਐਸਾ ਲੁਟੇਰਾ ਹੋਵੇ, ਅੱਜ ਦੇ ਸਮੇਂ ਵਾਂਗੂ ਸਰਕਾਰਾਂ ਲੁਟੇਰੀਆਂ ਹੋਣ, ਪ੍ਰਜਾ ਨੂੰ ਲੁੱਟਣ ਤੇ ਲੱਗੀਆਂ ਹੋਣ, ਤਾਂ ਭਾਈ ਗੁਰਦਾਸ ਜੀ ਕਹਿੰਦੇ ਫਿਰ ਦੱਸੋ ਮਨੁੱਖ ਪੁਕਾਰ ਕਿੱਥੇ ਜਾ ਕੇ ਕਰੇ। ਬਾਣੀ ਦੇ ਵਿੱਚ ਬਚਨ ਹੈ ਨਾ, ਭਾਈ ਗੁਰਦਾਸ ਜੀ ਵੀ ਕਹਿੰਦੇ ਆ ਉਲਟੀ ਬਾੜ ਖੇਤ ਕਉ ਖਾਏ, ਰਾਜੇ ਪਾਪ ਕਮਾਵਦੇ। ਧਰਮੀ ਰਾਜੇ ਵੀ ਹੋਏ, ਪਾਪੀ ਵੀ ਹੋਏ, ਅੱਜ ਵੀ ਇਸੇ ਤਰ੍ਹਾਂ ਹੀ ਹੈ, ਧਰਮੀ ਵੀ ਨੇ ਤੇ ਪਾਪੀ ਵੀ ਨੇ। ਉਲਟੀ ਬਾੜ ਖੇਤ ਕੋ ਖਾਈ ਦਾ ਕੀ ਅਰਥ? ਵੀ ਜਿਹੜੀ ਬਾੜ ਰੱਖਿਆ ਕਰਨ ਵਾਸਤੇ ਰਾਜੇ ਨੇ ਉਹ ਖੇਤ ਪ੍ਰਜਾ ਨੂੰ ਖਾ ਰਹੇ ਆ, ਲੁੱਟ ਰਹੇ ਆ। ਕਿਵੇਂ ਪ੍ਰਜਾ ਨੂੰ ਲੁੱਟਿਆ ਜਾਵੇ, ਕਿਵੇਂ ਤੰਗ ਕੀਤਾ ਜਾਵੇ। ਭਾਈ ਗੁਰਦਾਸ ਜੀ ਕਹਿੰਦਾ ਰੱਖਿਆ ਲਈ ਮਨੁੱਖ ਭੱਜ ਕੇ ਰਾਜੇ ਕੋਲ ਜਾਂਦਾ ਤੇ ਰਾਜਾ ਅੱਗੋਂ ਲੁੱਟ ਲੈ, ਕਿੱਥੇ ਜਾਈਏ। ਦੂਜੀ ਉਦਾਹਰਨ ਭਾਈ ਗੁਰਦਾਸ ਜੀ ਕਹਿੰਦੇ ਸਮੁੰਦਰ ਦੇ ਵਿੱਚ ਬੇੜੀ 'ਚ ਕੋਈ ਮਨੁੱਖ ਜਾ ਰਿਹਾ ਹੈ, ਬੇੜੀ 'ਚ ਅੱਗ ਲੱਗ ਜਾਵੇ, ਮਨੁੱਖ ਅੱਗ ਬੁਝਾਉਣ ਲਈ ਪਾਣੀ ਲੈਂਦਾ ਤੇ ਜੇ ਪਾਣੀ 'ਚ ਹੀ ਬੇੜੀ 'ਚ ਅੱਗ ਲੱਗ ਜਾਵੇ, ਮਨੁੱਖ ਦੱਸੋ ਕੀ ਕਰੇ। ਉੱਥੇ ਤਾਂ ਫਿਰ ਕੋਈ ਹੱਲ ਨਹੀਂ ਨਾ। ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਣ ਦਿੱਤੀ, ਕਹਿੰਦੇ ਗੁਰੂ ਘਰ ਜਾਂਦੇ ਆ, ਗੁਰੂ ਦੇ ਦਰਬਾਰੇ ਤੇ ਜਾਂਦੇ ਆ, ਸੰਗਤ ਵਿੱਚ ਜਾਂਦੇ ਆ। ਕਿਉਂ ਜਾਂਦੇ ਆ? ਵੀ ਮਾਇਆ ਤੋਂ, ਕਲਯੁਗ ਤੋਂ ਭੈ ਆਉਂਦਾ ਹੈ। ਜੇ ਸੰਗਤ ਵਿੱਚ ਹੀ ਕਹਿੰਦੇ ਮਾਇਆ ਵਿਆਪ ਜਾਵੇ, ਕਲਯੁਗ ਵਿਆਪ ਜਾਵੇ, ਫਿਰ ਦੱਸੋ ਕਿੱਥੇ ਜਾਈਏ। ਅੱਜ ਕੱਲ ਦੇਸ਼ ਵਿਦੇਸ਼ ਦੇ ਅੰਦਰ ਆਪਾਂ ਵੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਲੜਾਈਆਂ ਝਗੜੇ। ਉਹ ਕਿਸ ਕਾਰਨ ਨੇ? ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ, ਗੁਰੂ ਕੀ ਹਜ਼ੂਰੀ ਦੇ ਵਿੱਚ ਝਗੜੇ ਹੋ ਰਹੇ ਹੁੰਦੇ ਆ। ਇਹ ਕੋਈ ਅੱਤ ਕਥਨ ਨਹੀਂ। ਥਾਂ ਥਾਂ ਦੇਸਾਂ ਵਿਦੇਸ਼ਾਂ ਦੇ ਵਿੱਚ, ਹੱਦ ਤਾਂ ਵਿਦੇਸ਼ਾਂ ਦੇ ਵਿੱਚ ਹੋਈ ਪਈ ਆ, ਬੇਅੰਤ ਗੁਰੂ ਘਰਾਂ ਦੇ ਵਿੱਚ ਪੁਲਿਸ ਤੱਕ ਜੋੜੇ ਪਾ ਕੇ ਗੁਰੂ ਘਰਾਂ ਦੇ ਵਿੱਚ ਗੁਰੂ ਹਜ਼ੂਰੀ 'ਚ ਜਾ ਚੁੱਕੀ ਆ। ਉਹ ਕਿਸ ਕਾਰਨ ਝਗੜੇ ਨੇ? ਉਹ ਮਾਇਆ ਦਾ ਵਰਤਾਰਾ ਹੀ ਹੋ ਰਿਹਾ ਨਾ। ਉਹ ਭੁੱਲ ਗਏ ਐ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਬਤ ਸਾਨੂੰ ਕਲਗੀਧਰ ਦਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਆ ਪ੍ਰਗਟ ਗੁਰਾਂ ਕੀ ਦੇ। ਉਹਨਾਂ ਨੇ ਕੱਲਾ ਗ੍ਰੰਥ ਮੰਨਿਆ, ਗੁਰੂ ਨਹੀਂ ਮੰਨਿਆ। ਕੱਲਾ ਗ੍ਰੰਥ ਮੰਨ ਕੇ ਬੈਠ ਗਏ ਵੀ ਇਹ ਸਾਨੂੰ ਵੇਖ ਨਹੀਂ ਰਹੇ, ਸਾਨੂੰ ਸੁਣ ਨਹੀਂ ਰਹੇ ਤੇ ਸਾਨੂੰ ਕੁਝ ਕਹਿ ਨਹੀਂ ਰਹੇ। ਉਹ ਭੁੱਲ ਗਏ ਆ, ਭੇਖੀ ਸਿੱਖ ਬਣੇ ਹੋਏ ਆ। ਸਿੱਖ ਤਾਂ ਵਿਖਾਵੇ ਦੇ ਹਨ, ਭੇਖ ਦਿਖਾਵਾ ਜਗਤ ਕੋ। ਸਾਰੇ ਲੋਕਾਂ ਨੂੰ ਦਿਖਾਉਂਦੇ ਆ ਵੀ ਅਸੀਂ ਵੱਡੇ ਵੱਡੇ ਸਿੱਖ ਹਾਂ। ਕੱਲੇ ਮੈਂ ਕਿਸੇ ਹੋਰ ਨੂੰ ਨਹੀਂ ਕਹਿ ਰਿਹਾ, ਮੈਂ ਵੀ ਵਿੱਚ ਹੀ ਹਾਂ। ਭੇਖ ਦਿਖਾਵਾ ਜਗਤ ਕੋ, ਲੋਗਨ ਕੋ ਬਸ ਕੀਨ। ਲੋਕਾਂ ਨੂੰ ਬਸ ਵਿੱਚ ਕਰਦੇ ਆ ਵੀ ਅਸੀਂ ਵੱਡੇ ਸਿੱਖ ਹਾਂ। ਪਰ ਉਹਨਾਂ ਦਾ ਅੰਤ ਕੀ ਹੋਣਾ? ਅੰਤ ਕਾਲ ਕਾਤੀ ਕਟਿਓ,
ਬਾਸ ਨਰਕ ਮੋ ਲੀਨ। ਕਿੱਡੇ ਮਰਜੀ ਧਰਮੀ ਬਣੀ ਜਾਣ, ਅੰਤ ਨੂੰ ਨਰਕ ਦੇ ਵਿੱਚ ਵਾਸਾ ਹੋਣਾ ਉਹਨਾਂ ਦਾ। ਇਹ ਕਲਗੀਧਰ ਜੀ ਦੇ ਬਚਨ ਨੇ। ਗੁਰੂ ਘਰ ਆਉਣੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨੀਏ। ਕਦਾਚਿਤ ਵੀ ਨਹੀਂ ਲੜਾਈਆਂ ਹੋ ਸਕਦੀਆਂ ਗੁਰੂ ਹਜ਼ੂਰੀ ਵਿੱਚ। ਹੋ ਸਕਦਾ ਵੀ ਗੁਰੂ ਨਾਨਕ ਮੰਨੀਏ ਵੀ ਬੈਠੇ ਨੇ, ਗੁਰੂ ਰਾਮਦਾਸ ਬੈਠੇ ਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੈਠੇ ਆ। ਕਿਤੇ ਹੋ ਸਕਦਾ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਅੱਖ ਵੀ ਚੁੱਕ ਜਾਈਏ। ਜਦੋਂ ਮਨ ਵਿੱਚ ਇਹ ਭਾਵਨਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਤੱਖ ਨੇ, ਉਹ ਅੰਤਰਜਾਮੀ ਜਾਨਾਂ ਵਾਲੀ ਭਾਵਨਾ ਬਣ ਗਈ, ਉਦੋਂ ਅਸੀਂ ਮਨ ਦੇ ਵਿੱਚ ਮਾੜਾ ਫੁਰਨਾ ਵੀ ਨਹੀਂ ਉਠਾ ਸਕਦੇ। ਮਾੜਾ ਕੰਮ ਕਰਨਾ ਤਾਂ ਦੂਰ ਰਿਹਾ, ਪਰ ਅਸੀਂ ਵਾਰ-ਵਾਰ ਸਤਿਗੁਰੂ ਦੇ ਸਮਝਾਉਣ ਦੇ ਬਾਵਜੂਦ ਵੀ ਭੁੱਲਦੇ ਹਾਂ, ਵਾਰ-ਵਾਰ ਉਹੀ ਗਲਤੀਆਂ ਕਰਦੇ ਹਾਂ। ਅਸੀਂ ਸਤਿਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਕਿਰਪਾ ਕਰੋ। ਅਸੀਂ ਮੱਥਾ ਤਾਂ ਟੇਕਦੇ ਹਾਂ ਤੁਹਾਨੂੰ, ਪਰ ਮੱਥਾ ਟੇਕਣ ਲੱਗਿਆ ਵੀ ਨਹੀਂ ਅਸੀਂ ਇਹ ਮੰਨਦੇ ਵੀ ਤੁਸੀਂ ਪ੍ਰਤੱਖ ਹੋ। ਇੱਕ ਗ੍ਰੰਥ ਮੰਨ ਕੇ ਮੱਥਾ ਟੇਕਦੇ ਹਾਂ। ਜੇ ਗੁਰੂ ਗ੍ਰੰਥ ਜੀ ਮਾਨੀਏ, ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਮੱਥਾ ਟੇਕ ਲਈਏ, ਤਾਂ ਸਤਿਗੁਰੂ ਪ੍ਰਤੱਖ ਹੋਣ ਲੱਗਿਆ ਸਿਨ ਵੀ ਨਹੀਂ ਲਾਉਂਦੇ। ਕਲਾ ਵਰਤਦੀ ਆ। ਮਹਾਂਪੁਰਖਾਂ ਦੇ ਜੀਵਨ ਵਿੱਚ ਜ਼ਿਕਰ ਆਉਂਦਾ। ਅੱਜ ਵੀ ਤੁਸੀਂ ਭਿੰਡਰ ਕਲਾਂ ਜਾਓ, ਪਿਛਲੇ ਦਿਨਾਂ ਵਿੱਚ ਜਿੱਥੇ ਸ੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ, ਜਿਨ੍ਹਾਂ ਦੀ ਤਸਵੀਰ ਲਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਵੱਲੋਂ ਫੈਸਲਾ ਹੋਇਆ, ਬੜਾ ਸ਼ਲਾਘਾਯੋਗ ਫੈਸਲਾ, ਮੈਂ ਵਧਾਈ ਦਿੰਦਾ। ਕਿਉਂਕਿ ਇਸੇ ਤੱਤਵੇ ਤੇ ਕਮਾਈਆਂ ਵਾਲੇ ਗੁਰਮੁਖਾਂ ਮਹਾਂਪੁਰਖਾਂ ਦੀਆਂ ਤਸਵੀਰਾਂ ਲੱਗੀਆਂ ਹੋਣ ਤੇ ਜਦੋਂ ਸਾਡੇ ਬੱਚੇ ਵੇਖਣਗੇ, ਪ੍ਰੇਰਨਾ ਸਰੋਤ ਹੁੰਦੀਆਂ ਨੇ, ਜੀਵਨ ਵਿੱਚ ਸਿੱਖੀ ਕਮਾਉਣਗੇ। ਉਹਨਾਂ ਮਹਾਂਪੁਰਖਾਂ ਦੇ ਅਸਥਾਨ ਤੇ ਜਦੋਂ ਵੱਡੇ ਮਹਾਂਪੁਰਖਾਂ ਦਾ ਜ਼ਿਕਰ ਪੜ੍ਹਦੇ ਆ, ਤਾਂ ਮਹਾਂਪੁਰਖਾਂ ਕੋਲ ਸਿੰਘਾਂ ਨੇ ਬੇਨਤੀ ਕੀਤੀ, ਜੀ ਬਾਣੀ ਦਾ ਬਚਨ ਆਉਂਦਾ, ਧਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਧਿਆਵੈ ਰਾਮ ਰਾਜ। ਮਹਾਰਾਜ ਬਾਣੀ ਕਹਿੰਦੀ ਹੈ ਵੀ ਧਰਤੀ, ਪਤਾਲ, ਆਕਾਸ਼, ਇੱਥੋਂ ਤੱਕ ਕਿ ਬਾਣੀ ਕਹਿੰਦੇ ਜੋ ਬੋਲਤ ਹੈ ਮੇਰੇ ਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਨਹੀਂ ਹੋਰ। ਵੀ ਜਿੰਨੇ ਵੀ ਪਸ਼ੂ ਪੰਛੀ ਨੇ, ਜੀਵ ਜੰਤੂ ਨੇ, ਉਹ ਸਾਰੇ ਨਾਮ ਧਿਆਰੇ ਆ। ਮਹਾਰਾਜ ਇਹ ਕਹਿਣ ਮਾਤਰੀ ਹੈ ਮਹਾਂਪੁਰਖੋ ਕਿ ਸੱਚਮੁੱਚ ਹੈ ਵੀ। ਅੱਜ ਵੀ ਉੱਥੇ ਅਕਾਲ ਕੁਟੀਆ ਨਾਮ ਦੀ ਕੁਟੀਆ ਡਿਉੜੀ ਦੇ ਨਾਲ ਤੁਸੀਂ ਦਰਸ਼ਨ ਕਰ ਸਕਦੇ ਹੋ। ਮਹਾਂਪੁਰਖਾਂ ਨੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੋਲ ਸਿੰਘਾਂ ਨੂੰ ਕਿਹਾ ਵੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਦਸਾਂ ਪਾਤਸ਼ਾਹੀਆਂ ਦਾ ਸਰੂਪ ਮੰਨ ਕੇ ਮੱਥਾ ਟੇਕੋ। ਮਹਾਂਪੁਰਖਾਂ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ, ਸਿੰਘਾਂ ਨੇ ਬਚਨ ਮੰਨ ਕੇ ਪ੍ਰਤੱਖ ਰੂਪ ਜਾਣ ਕੇ ਮੱਥਾ ਟੇਕਿਆ, ਤਾਂ ਐਸੀ ਕਲਾ ਵਰਤੀ ਮਹਾਂਪੁਰਖਾਂ ਨੇ ਕਮਾਈ ਚੋਂ ਬਖਸ਼ਿਸ਼ ਕਰ ਦਿੱਤੀ। ਦਸਾਂ ਪਾਤਸ਼ਾਹੀਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਪ੍ਰਤੱਖ ਦਰਸ਼ਨ ਹੋਏ। ਬੜਾ ਰਸ, ਬੜਾ ਆਨੰਦ ਵੱਜਿਆ ਜਦੋਂ ਸਤਿਗੁਰੂ ਦਾ ਦੀਦਾਰ ਹੋਵੇ ਨਾ। ਭਾਈ ਗੁਰਦਾਸ ਜੀ ਨੇ ਉਸ ਵੇਲੇ ਦੀ ਅਵਸਥਾ ਕਥਨ ਕੀਤੀ ਹੈ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਜਦੋਂ ਸਿੱਖ ਨੂੰ ਗੁਰੂ ਦਾ ਪ੍ਰਤੱਖ ਦਰਸ਼ਨ ਹੋਵੇ ਨਾ, ਉਦੋਂ ਸੁੱਧੀ ਬੁੱਧੀ ਭੁੱਲ ਜਾਂਦੀ ਹੈ। ਗੁਰੂ ਦੇ ਦਰਸ਼ਨਾਂ ਦੇ ਵਿੱਚ ਹੀ ਸਿੱਖ ਸਮਾਧੀ ਸਥਿਤ ਹੋ ਜਾਂਦਾ, ਉਹਨੂੰ ਹੋਰ ਆਲੇ ਦੁਆਲੇ ਦੀ ਸੋਝੀ ਨਹੀਂ ਰਹਿੰਦੀ। ਫਿਰ ਮਹਾਂਪੁਰਖ ਕਹਿਣ ਲੱਗੇ, ਸਿੰਘੋ ਆ ਕੰਧਾਂ ਨਾਲ ਕੰਨ ਲਾ ਕੇ ਵੇਖੋ, ਆਪਣੀ ਕਮਾਈ ਚੋਂ ਕਿਰਪਾ ਕੀਤੀ ਸ਼ੰਕਾ ਮਿਟਣ ਲਈ ਕੰਧਾਂ ਦੇ ਵਿੱਚੋਂ ਮੂਲ ਮੰਤਰ ਗੁਰਮੰਤਰ ਸੁਣਾਇਆ, ਦਰਵਾਜ਼ਿਆਂ ਦੇ ਵਿੱਚੋਂ ਸੁਣਾਇਆ। ਇਹ ਵੀ ਜ਼ਿਕਰ ਆਉਂਦਾ ਵੀ ਮਹਾਂਪੁਰਖਾਂ ਨੇ ਫਿਰ ਉੱਥੇ ਉਹਨਾਂ ਦੀ ਸਮਾਧੀ ਖੁਲਾਈ। ਉਹ ਸਿੰਘ ਕਹਿਣ ਲੱਗੇ, ਮਹਾਂਪੁਰਖੋ ਹੁਣ ਇਹੀ ਅਵਸਥਾ 'ਚ ਸਾਨੂੰ ਰਹਿਣ ਦਿਓ। ਮਹਾਂਪੁਰਖ ਕਹਿਣ ਲੱਗੇ, ਭਾਈ ਜਿਵੇਂ ਕੋਈ ਸਿਆਣਾ ਮਨੁੱਖ ਬੱਚੇ ਨੂੰ ਬਾਜ਼ਾਰ ਜਾਂ ਮੇਲਾ ਮੋਢਿਆਂ ਤੇ ਚੁੱਕ ਕੇ ਵਿਖਾਉਂਦਾ ਹੈ, ਉਦੋਂ ਉਹਨਾਂ ਆਨੰਦ ਨਹੀਂ ਆਉਂਦਾ ਜਦੋਂ ਮਨੁੱਖ ਆਪ ਭਰ ਜਵਾਨੀ 'ਚ ਵੱਡੇ ਸਰੀਰ ਨਾਲ ਆਪ ਵੇਖਦਾ ਹੈ। ਜਿੰਨਾ ਆਨੰਦ ਉਦੋਂ ਆਉਂਦਾ ਹੈ, ਉਹਨਾਂ ਮੋਢਿਆਂ ਤੇ ਚੜ੍ਹ ਕੇ ਨਹੀਂ ਆਉਂਦਾ। ਅਸੀਂ ਆਪਣੀ ਕਮਾਈ 'ਚੋਂ ਹਿੱਸਾ ਦੇ ਕੇ ਤੁਹਾਨੂੰ ਇਹ ਅਵਸਥਾ ਦਾ ਆਨੰਦ ਵਿਖਾਇਆ ਹੈ। ਹੁਣ ਤੁਸੀਂ ਆਪ ਕਮਾਈ ਕਰੋ, ਸਿਮਰਨ ਭਜਨ ਸੇਵਾ ਕਰੋ।
ਗੁਰੂ ਨੂੰ ਪ੍ਰਤੱਖ ਮੰਨੋ। ਜਦੋਂ ਤੁਹਾਡੀ ਅਵਸਥਾ ਹੋ ਜਾਵੇਗੀ ਉਦੋਂ ਤੁਸੀਂ ਚਿਰੰਜੀਵੀ ਆਨੰਦ ਮਾਣਨਾ, ਸਦੀਵ ਕਾਲ ਆਨੰਦ ਮਾਣਨਾ। ਜੇ ਅਸੀਂ ਵੀ ਪ੍ਰਤੱਖ ਮੰਨ ਕੇ ਸਤਿਗੁਰੂ ਅੱਗੇ ਅਰਦਾਸ ਕਰਾਂਗੇ, ਅਰਦਾਸ ਪੂਰੀ ਹੋਣ ਲੱਗਿਆ ਕਿਸੇ ਨੂੰ ਵੀ ਨਹੀਂ ਲੱਗਦਾ। ਪਰ ਅਸੀਂ ਭੁੱਲ ਕੇ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਯਤਨ ਕਰੈ ਮਾਨੁਖ ਡਹਿਕਾਵੈ। ਮਨੁੱਖ ਭੁੱਲ ਕੇ ਲੋਕਾਂ ਨੂੰ ਛਲਦਾ ਹੈ, ਮਾਇਆ ਪਿੱਛੇ ਕਪਟ ਕਰਦਾ ਹੈ, ਪਰ ਭੁੱਲ ਜਾਂਦਾ ਵੀ ਉਹ ਅੰਤਰਜਾਮੀ ਵਾਹਿਗੁਰੂ ਸਾਡੇ ਹਿਰਦਿਆਂ ਦੀ ਵੀ ਜਾਣਦਾ ਹੈ। ਪਾਪ ਕਰੀ ਕਰ ਮੂਕਰ ਪਾਵੈ, ਭੇਖ ਕਰੈ ਨਿਰਬਾਨੈ। ਮਹਾਰਾਜ ਕਹਿੰਦੇ ਪਾਪ ਕਰਦਾ ਦਿਨ ਰਾਤ, ਚਿਤਵਣੀਆਂ ਚਿੱਤਦਾ ਰਹਿੰਦਾ ਵੀ ਕਿਵੇਂ ਮਾਇਆ ਇਕੱਠੀ ਕਰਾਂ। ਕੋਟ ਜੋਰੇ ਲੱਖ ਕਰੋੜੇ ਪਰਾ ਹੀ ਪਰਾ ਕੋ ਲੁਝੀ। ਲੱਖ ਇਕੱਠਾ ਹੋ ਗਿਆ, ਮਨ ਚਿਤਵਣੀਆਂ ਸੋਚਦਾ ਵੀ ਮੈਂ ਕਰੋੜ ਕਿਵੇਂ ਇਕੱਠਾ ਕਰ ਲਾਂ। ਇਹ ਅੱਜ ਕੱਲ੍ਹ ਜਿਹੜਾ ਹਾਲਾਤ ਬਣਿਆ ਹੋਇਆ ਹੈ, ਇਹ ਮਾਇਆ ਪਿੱਛੇ ਹੀ ਬਣਿਆ ਹੋਇਆ ਨਾ। ਆਪਾਂ ਵੇਖਦੇ ਹਾਂ ਦਿੱਲੀ ਵਿੱਚ ਕਿਸਾਨ ਵੀਰ ਬੈਠੇ ਨੇ, ਉਹ ਆਪਣੇ ਘਰ ਦੀ 3 ਵਕਤ ਦੀ ਰੋਟੀ ਬਚਾਉਣ ਦੇ ਲਈ ਬੈਠੇ ਆ। ਪਰ ਜਿਹੜੇ ਸ਼ਾਸਕ ਲੋਕ ਨੇ, ਪੂੰਜੀਪਤੀ ਲੋਕ ਨੇ, ਉਹ ਦੁਨੀਆ ਭਰ ਦੀ ਰੋਟੀ ਖੋਹ ਕੇ, ਮੂੰਹ ਦੀਆਂ ਬੁਰਕੀਆਂ ਖੋਹ ਕੇ ਆਪਣੀਆਂ ਤਿਜੋਰੀਆਂ ਭਰਨੀਆਂ ਚਾਹੁੰਦੇ ਆ। ਇੱਕ ਪਾਸੇ 3 ਵਕਤ ਦੀ ਰੋਟੀ ਪੇਟ ਦਾ ਸਾਧਨ ਹੈ, ਉਹ ਆਪਣੀ ਰੋਟੀ ਆਪਣੇ ਬੱਚਿਆਂ ਦਾ ਰੁਜ਼ਗਾਰ ਬਣਾਉਣ ਲਈ ਧਰਨੇ ਤੇ ਬੈਠੇ ਆ। ਪਰ ਜਿਹੜੀਆਂ ਸਰਕਾਰਾਂ, ਪੂੰਜੀਪਤੀ ਲੋਕ ਨੇ, ਉਹਨਾਂ ਨੂੰ ਇਹ ਆ ਵੀ ਅਸੀਂ ਕਾਰੂ ਬਾਦਸ਼ਾਹ ਵਾਂਗੂ ਸਾਰੀ ਧਰਤੀ ਦੀ ਮਾਇਆ ਅਸੀਂ ਇਕੱਠੀ ਕਰ ਲਈ, ਸਭ ਕੁਝ ਵੇਚ ਵੱਟ ਕੇ ਮਾਇਆ ਸਾਰੀ ਸਾਡੇ ਕੋਲ ਆ ਜੇ। ਉਹ ਭੁੱਲ ਗਏ ਵੀ ਇੱਥੇ ਵੱਡੇ ਵੱਡੇ ਸਿਕੰਦਰ ਬਾਦਸ਼ਾਹ ਵਰਗੇ ਵੀ ਖਾਲੀ ਹੱਥ ਗਏ ਆ। ਉਹ ਭੁੱਲ ਗਏ ਜਿਹਨੂੰ ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ 1 ਲੱਖ ਪੂਤ 1.25 ਲੱਖ ਨਾਤੇ, ਤੇ ਰਾਵਣ ਘਰ ਦੀਆ ਨਾ ਬਾਤੀ। ਜਿਹਦੀ ਲੰਕਾ ਹੀ, ਜਿਹਦਾ ਕਿਲਾ ਹੀ ਸੋਨੇ ਦਾ ਬਣਿਆ ਹੋਇਆ ਸੀ, ਜਿਹਦੇ ਇੰਨੇ ਨਾਤੀ ਪੋਤੀ ਸੀ, ਇੰਨੇ ਪੁੱਤਰ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੱਜ ਉਹਦੇ ਘਰ 'ਚ ਦੀਵਾ ਜਗਾਉਣ ਵਾਲਾ ਵੀ ਨਹੀਂ ਕੋਈ, ਉਹਦੇ ਘਰ ਦੀ ਨਾਂ ਨਿਸ਼ਾਨੀ ਕੋਈ ਨਹੀਂ। ਉਹ ਭੁੱਲ ਗਏ ਸੰਸਰਦਾਨ ਦੇ ਅੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ, ਅਜਸ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਵੱਡੇ ਵੱਡੇ ਰਾਜੇ ਸਾਰੇ ਜਹਾਨ ਦੀ ਮਾਇਆ ਇਕੱਠੀ ਕਰਕੇ ਵੀ ਰੋਂਦੇ ਗਏ ਆ, ਖਾਲੀ ਹੱਥ ਗਏ ਆ। ਸਤਿਗੁਰੂ ਮਹਾਰਾਜ ਕਹਿੰਦੇ ਇਹ ਭੁੱਲ ਜਾਂਦਾ ਵੀ ਅੰਤਰਜਾਮੀ ਵਾਹਿਗੁਰੂ ਦੇਖਦਾ ਹੈ, ਭੁੱਲਿਆ ਹੋਇਆ ਛਲ ਕਰਦਾ, ਪਾਪ ਕਰੇ, ਪਾਪ ਕਰਦਾ ਹੈ, ਕਰਮ ਮੁੱਕਰ ਪਾਵੈ, ਪਾਪ ਕਰਕੇ ਮੁੱਕਰਦਾ ਵੀ ਮੈਂ ਤਾਂ ਕੀਤਾ ਹੀ ਨਹੀਂ। ਚੋਰ ਕਦੇ ਮੰਨਦਾ ਵੀ ਮੈਂ ਚੋਰੀ ਕੀਤੀ ਆ? ਬੇਵਿਚਾਰੀ ਕਦੇ ਕਹਿੰਦਾ ਵੀ ਹਾਂ ਮੈਂ ਬੇਵਿਚਾਰ ਕੀਤਾ ਹੈ? ਉਹ ਤਾਂ ਜਦੋਂ ਕਿਤੇ ਪਕੜਿਆ ਜਾਵੇ, ਜਿਵੇਂ ਬਾਣੀ 'ਚ ਕਿਹਾ ਨਾ, ਜਿਉਂ ਸੰਨੀ ਉੱਪਰ ਚੋਰ। ਸਿਆਣੇ ਕਹਿੰਦੇ ਆ ਵੀ ਚੋਰ ਨੂੰ ਚੋਰੀ ਕਰਦੇ ਨਾ ਵੇਖੋ, ਚੋਰ ਦੇ ਪੈਂਦੀਆਂ ਵੇਖੋ। ਪਾਪੀ ਮਨੁੱਖ, ਚੋਰ ਮਨੁੱਖ ਪਾਪ ਕਰਦਾ ਹੈ, ਪਰ ਪਾਪ ਕਰਕੇ ਮੁੱਕਰਦਾ ਹੈ। ਹੱਦ ਉਦੋਂ ਹੋ ਗਈ, ਮਾਰੇ ਕਹਿੰਦੇ ਭੇਖ ਘਰੈ ਨਿਰਵਾਣਾ ਹੈ। ਧਰਮੀ ਮਨੁੱਖ, ਧਰਮ ਦਾ ਨਿਰਵਾਣ ਮਨੁੱਖ ਕਹਾਉਂਦਾ ਹੈ ਵੀ ਮੈਂ ਤਾਂ ਨਿਰਲੇਪ ਆ, ਮਾਇਆ ਤੋਂ ਪਰੇ ਆ, ਵਿਕਾਰਾਂ ਤੋਂ ਬਚਿਆ ਹੋਇਆ। ਪਰ ਸਹੁ ਸੁਹਾਗਣ ਦੀ ਤਰ੍ਹਾਂ ਪਤਾ ਉਦੋਂ ਲੱਗਦਾ, ਲੋਕਾਂ ਨੂੰ ਕਹਿੰਦਾ ਵੀ ਮੈਂ ਤਾਂ ਸਹੁ ਦੀ, ਪਤੀ ਦੀ, ਪਰਮੇਸ਼ਰ ਦੀ ਪ੍ਰਾਪਤੀ ਕਰ ਰਿਹਾ, ਅੰਦਰ ਵਿਵਚਾਰ ਭੋਗ ਰਿਹਾ ਸੀ। ਉਹ ਉਦੋਂ ਤਾਂ ਇੱਕ ਸਹੁ ਸੁਹਾਗਣ ਸੀ, ਅੱਜ ਤਾਂ ਥਾਂ ਥਾਂ ਸਹੁ ਸੁਹਾਗਣ ਹੋਏ ਪਏ ਆ। ਵੱਡੇ ਵੱਡੇ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ, ਅੱਜ ਵੇਖੋ ਦੁਨੀਆ ਦੇ ਵਿੱਚ ਉਹਨਾਂ ਦਾ ਕੀ ਕੁਝ ਉਜਾਗਰ ਹੋਇਆ। ਸਿਰਾਂ ਦੇ ਵਿੱਚ ਖੇਹ ਪੈ ਰਹੀ ਹੈ, ਜੇਲ੍ਹਾਂ ਕੱਟ ਰਹੇ ਆ। ਕਹਾਉਂਦੇ ਆਪਣੇ ਆਪ ਨੂੰ ਧਰਮੀ ਸੀ, ਭੇਖੀ ਸੀ, ਪਰ ਅੰਦਰੋਂ ਕੁਝ ਹੋਰ ਹੀ ਨਿਕਲੇ। ਹੁਣ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਸੀ, ਪੂਜਣ ਵਾਲੇ ਸੀ, ਉਹਨਾਂ ਦਾ ਕੀ ਬਣੇਗਾ? ਕਈ ਤਾਂ ਵਿਚਾਰੇ ਹਜੇ ਇਹਨੂੰ ਵੀ ਮੰਨਣ ਨੂੰ ਤਿਆਰ ਨਹੀਂ ਵੀ ਇਹ ਲੋਕ ਬਲਾਤਕਾਰੀ ਨੇ, ਪਾਪੀ ਨੇ। ਇਸੇ ਲਈ ਸਾਨੂੰ ਸਤਿਗੁਰੂ ਜੀ ਨੇ ਕਲਯੁੱਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਪਰ ਅਸੀਂ ਫੇਰ ਵੀ ਗੁਰੂ ਦਾ ਲੜ ਛੱਡ ਕੇ ਭੇਖੀਆਂ ਅੱਗੇ, ਪਖੰਡੀਆਂ ਅੱਗੇ ਜਾਂਦੇ ਆ। ਉਹ ਸਾਨੂੰ ਲੁੱਟਦੇ ਆ, ਛਲੀਏ ਨੇ, ਕਪਟੀ ਨੇ, ਜਿਨ੍ਹਾਂ ਨੂੰ ਆਰ ਪਾਰ ਦੀ ਆਪਣੀ ਕੋਈ ਸੋਝੀ ਨਹੀਂ, ਉਹ ਲੋਕਾਂ ਬਾਰੇ ਪੁੱਛਾ ਦਿੰਦੇ ਆ। ਜੇ ਗੁਰੂ ਦੇ ਸਿੱਖ ਹੋ ਕੇ ਵੀ ਕਈ ਪੁੱਛਾਂ ਵਾਲਿਆਂ ਕੋਲੇ ਜਾ ਕੇ ਪੁੱਛਾਂ ਪੁੱਛਦੇ ਆ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭੇਖ ਕਰੈ ਨਿਰਵਾਨਾ ਹੈ। ਆਪਣੇ ਆਪ ਨੂੰ ਵੱਡਾ ਧਰਮੀ ਕਹਾਉਣਾ ਹੈ, ਭੇਖ ਧਰਮੀ ਵਾਲਾ ਪਾਉਣਾ ਹੈ, ਪਰ ਪਾਪ ਕਰ ਕਰਕੇ ਮੁੱਕਰਦਾ, ਭੁੱਲ ਜਾਣਾ ਵੀ ਅੰਤਰਜਾਮੀ ਜਾਣਦਾ ਸਭ ਕੁਝ। ਜਾਣਤ ਦੂਰ ਤੁਮਹਿ ਪ੍ਰਭ ਨੇਰ। ਤੂੰ ਸਮਝਦਾ ਵੀ ਉਹ ਪਰਮੇਸ਼ਰ ਤਾਂ ਦੂਰ ਹੈ, ਪਰ ਉਹ ਤੇਰੇ ਮਹਾਰਾਜ ਕਹਿੰਦੇ ਭਾਈ ਨੇੜੇ ਹੈ। ਜਾਣਤ ਦੂਰ ਤੁਮਹਿ ਪ੍ਰਭ ਨੇਰ। ਤੂੰ ਸਮਝਦਾ ਵੀ ਉਹ ਵਾਹਿਗੁਰੂ ਮੈਨੂੰ ਵੇਖ ਨਹੀਂ ਰਿਹਾ, ਉਹ ਤਾਂ ਦੂਰ ਹੈ, ਆਕਾਸ਼ 'ਚ ਬੈਠਾ ਕਿਤੇ। ਅਸੀਂ ਹਮੇਸ਼ਾ ਜਦੋਂ ਰੱਬ ਦੀ ਗੱਲ ਚੱਲਦੀ ਹੈ ਨਾ, ਆਕਾਸ਼ ਵੱਲ ਮੂੰਹ ਕਰਦੇ ਹਾਂ, ਆਕਾਸ਼ ਵੱਲ ਹੱਥ ਕਰਦੇ ਹਾਂ। ਆਪਾਂ ਸੋਚ ਕੇ ਵੇਖੀਏ, ਜਦੋਂ ਰੱਬ ਦੀ ਗੱਲ ਚੱਲੇ ਆਕਾਸ਼ ਵੱਲ ਹੱਥ ਕਰਨ ਦੀ ਥਾਂ ਤੇ ਅਸੀਂ ਕਦੇ ਹਿਰਦੇ ਵੱਲ ਹੱਥ ਕੀਤਾ ਵੀ ਮੇਰੇ ਵਿੱਚ ਵੀ ਰੱਬ ਬੈਠਾ ਹੈ। ਜਦ ਕਿ ਬਾਣੀ ਕਹਿੰਦੀ ਹੈ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਫਿਰ ਕਹਿੰਦੇ ਜੀ ਇਸੇ ਸਾਰਿਆਂ 'ਚ ਜੋਤ ਹੈ, ਪਤਾ ਕਿਉਂ ਨਹੀਂ ਲੱਗਦਾ ਜੋਤ ਦਾ? ਮਹਾਰਾਜ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਾਖੀ ਸਿੱਖਿਆ ਕਮਾਵਾਂਗੇ ਜਦੋਂ, ਉਦੋਂ ਜੋਤ ਸਾਖਿਆਤ ਹੋ ਜਾਂਦੀ ਹੈ, ਪ੍ਰਗਟ ਹੋ ਜਾਂਦੀ ਹੈ, ਅੰਦਰੋਂ ਹੀ ਜੋਤ ਦੇ ਦਰਸ਼ਨ ਹੋ ਜਾਂਦੇ ਆ। ਉਹਨੂੰ ਕਿਤੇ ਬਾਹਰ ਲੱਭਣ ਦੀ ਲੋੜ ਨਹੀਂ, ਅੰਦਰੋਂ ਹੀ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ। ਜਿਨ੍ਹਾਂ ਦੇ ਪ੍ਰਗਟ ਹੋਇਆ ਉਹ ਜਿੱਥੇ ਵੀ ਨਜ਼ਰ ਮਾਰਦੇ ਸੀ, ਜਹ ਜਹ ਪੇਖੋਂ ਤਹ ਹਜੂਰ ਦੂਰ ਕਤਹੁ ਨਾ ਜਾਈ। ਭਗਤ ਨਾਮਦੇਵ ਜੀ ਨੇ ਜੇ ਕੁੱਤੇ ਨੂੰ ਵੇਖਿਆ, ਕੁੱਤੀ ਵੱਲ ਨਿਗਾਹ ਮਾਰੀ ਵੀ ਭੁੱਖੀ ਕੁੱਤੀ ਛਾਬੇ ਦੇ ਵਿੱਚੋਂ ਰੋਟੀ ਚੱਕ ਕੇ ਲੈ ਕੇ ਜਾ ਰਹੀ ਹੈ, ਤਾਂ ਕੁੱਤੀ ਨੂੰ ਸੰਬੋਧਿਤ ਹੋ ਕੇ ਉਹਦੇ ਵਿੱਚੋਂ ਪਰਮੇਸ਼ਰ ਦੇ ਦਰਸ਼ਨ ਕਰ ਲਏ। ਜੇ ਕਿਤੇ ਪਠਾਨ ਦਾ ਜ਼ਿਕਰ ਆਉਂਦਾ ਉਹਦੇ ਵਿੱਚੋਂ ਵੀ ਪਰਮੇਸ਼ਰ ਦੇ ਦਰਸ਼ਨ ਕਰ ਲਏ। ਜ਼ਿਕਰ ਆਉਂਦਾ ਵੀ ਇਉਂ ਪ੍ਰਤੱਖ ਤੌਰ ਤੇ 72 ਵਾਰੀ ਦੀਦਾਰ ਕੀਤਾ ਸੀ। ਇੱਕ ਨਹੀਂ, ਭਗਤਾਂ ਦੇ ਜੀਵਨਾਂ 'ਚ ਬੇਅੰਤ ਪ੍ਰਕਾਰ ਦੇ ਪ੍ਰਮਾਣ ਮਿਲਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਆ ਮਨੁੱਖ ਤੂੰ ਜਾਣਦਾ ਵੀ ਉਹ ਰੱਬ ਦੂਰ ਹੈ, ਪਰ ਉਹ ਤਾਂ ਤੇਰੇ ਨੇੜੇ ਆ। ਜਿਵੇਂ ਮਹਾਤਮਾ ਦਾ ਇੱਕ ਜ਼ਿਕਰ ਆਉਂਦਾ ਹੈ, ਉਹ ਬਿਰਧ ਸੀ, ਦੋ ਮਿੱਤਰ ਆਏ, ਉਹਨਾਂ ਨੇ ਸੋਚਿਆ ਵੀ ਇਹ ਮਹਾਤਮਾ ਬਿਰਧ ਆ, ਕਿਉਂ ਨਾ ਇਹਦਾ ਚੇਲੇ ਬਣ ਜਾਈਏ, ਥੋੜ੍ਹੇ ਦਿਨਾਂ ਦੇ ਵਿੱਚ ਇਹਨੇ ਚੜ੍ਹਾਈ ਕਰ ਜਾਣਾ ਹੈ, ਇਹਦਾ ਡੇਰਾ ਆਪਾਂ ਸਾਂਭ ਲਵਾਂਗੇ, ਮਹੰਤ ਆਪਾਂ ਬਣ ਜਾਵਾਂਗੇ। ਪਰ ਉਹ ਕਮਾਈ ਵਾਲੇ ਸੀ। ਉਹਨਾਂ ਨੇ ਦੋਵਾਂ ਨੂੰ ਇੱਕ ਇੱਕ ਕਬੂਤਰ ਦੇ ਦਿੱਤਾ, ਕਹਿਣ ਲੱਗੇ ਜਾਓ ਜਿੱਥੇ ਕੋਈ ਨਾ ਦੇਖਦਾ ਹੋਵੇ ਉੱਥੇ ਜਾ ਕੇ ਮਾਰ ਲਿਆਓ। ਜਿਹੜਾ ਪਹਿਲਾਂ ਮਾਰ ਲਿਆਏਗਾ ਉਹਨੂੰ ਜੇਠਾ ਚੇਲਾ ਬਣਾ ਲਾਂਗੇ, ਕਿਉਂਕਿ ਜੇਠਾ ਚੇਲਾ ਗੱਦੀ ਤੇ ਬਹਿੰਦਾ ਨਾ, ਵੱਡਾ ਚੇਲਾ। ਦੋਵਾਂ ਨੇ ਕਾਹਲੀ ਨਾਲ ਕਬੂਤਰ ਫੜੇ ਵੀ ਕਿਤੇ ਇਹ ਨਾ ਪਹਿਲਾਂ ਮਾਰ ਲਿਆਵੇ, ਦੂਜਾ ਸੋਚੇ ਵੀ ਇਹ ਨਾ ਪਹਿਲਾਂ ਮਾਰ ਲਿਆਵੇ। ਦੋਵੇਂ ਗਏ ਕਬੂਤਰ ਲੈ ਕੇ। ਇੱਕ ਨੇ ਤਾਂ ਦੇਖਿਆ ਥੋੜ੍ਹੀ ਦੂਰ ਜਾ ਕੇ ਵੀ ਇੱਥੇ ਮੈਨੂੰ ਕੋਈ ਬੰਦਾ ਤਾਂ ਨਹੀਂ ਦੇਖ ਰਿਹਾ। ਜਦੋਂ ਕੋਈ ਬੰਦਾ ਦੇਖਿਆ ਵੀ ਹੈ ਨਹੀਂ ਇੱਥੇ, ਖੂੰਜੇ 'ਚ ਜਾ ਕੇ ਕਬੂਤਰ ਦੀ ਗਰਦਨ ਮਰੋੜ ਦਿੱਤੀ। ਛੇਤੀ ਨਾਲ ਲਿਆ ਕੇ ਮਹਾਤਮਾ ਕੋਲ ਕਹਿੰਦਾ ਲਓ ਜੀ ਮੈਨੂੰ ਜੇਠਾ ਚੇਲਾ ਬਣਾਓ, ਰਸਮ ਅਦਾ ਕਰੋ। ਮਹਾਤਮਾ ਕਹਿੰਦੇ ਕਾਹਲੀ ਨਾ ਕਰ, ਦੂਜੇ ਨੂੰ ਵੀ ਆ ਜਾਂਦੇ। ਦੂਜਾ ਡੇਰੇ 'ਚੋਂ ਨਿਕਲਿਆ, ਉਹਨੇ ਕਿਤੇ ਇਕਾਂਤ ਥਾਂ ਵੇਖੀ। ਇਕਾਂਤ ਥਾਂ ਦੇ ਵਿੱਚ ਜਾ ਕੇ ਵੇਖਿਆ ਵੀ ਇੱਥੇ ਕੋਈ ਨਹੀਂ ਵੇਖ ਰਿਹਾ, ਕੋਈ ਬੰਦਾ ਨਹੀਂ ਹੈ। ਦਰਖਤ ਥੱਲੇ ਬੈਠਾ, ਦਰਖਤ ਦੀਆਂ ਟਹਿਣੀਆਂ ਤੇ ਪੰਛੀ ਬੈਠੇ ਦੇਖੇ। ਮਨ 'ਚ ਵਿਚਾਰ ਆਇਆ ਵੀ ਮਹਾਤਮਾ ਨੇ ਕਿਹਾ ਸੀ ਵੀ ਕੋਈ ਨਾ ਵੇਖੇ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਸੀ ਵੀ ਬੰਦਾ ਨਾ ਵੇਖੇ, ਵੀ ਇਹ ਤਾਂ ਪੰਛੀ ਵੇਖ ਰਹੇ ਆ, ਇੱਥੇ ਪਸ਼ੂ ਵੇਖ ਰਹੇ ਆ। ਅਖੀਰ ਕਿਸੇ ਗੁਫਾ ਦੇ ਵਿੱਚ ਚਲਿਆ ਗਿਆ। ਬੜੀ ਲੰਮੀ ਵਿਚਾਰ ਆ। ਕਹਿੰਦੇ ਚੱਲਦਾ ਚੱਲਦਾ ਕਿਤੇ ਗੁਫਾ 'ਚ ਜਾ ਕੇ ਵੇਖਦਾ ਵੀ ਇੱਥੇ ਕੋਈ ਨਾ ਪਸ਼ੂ ਆ, ਨਾ ਪੰਛੀ ਆ, ਨਾ ਮਨੁੱਖ ਹੈ, ਕੋਈ ਜਾਨਵਰ ਨਹੀਂ, ਇੱਥੇ ਕੋਈ ਨਹੀਂ ਵੇਖਦਾ। ਉਹ ਕਬੂਤਰ ਦੀ ਗਰਦਨ ਮਰੋੜਨ ਹੀ ਲੱਗਿਆ ਸੀ। ਉਸੇ ਵੇਲੇ ਕਬੂਤਰ ਟਿਕ ਟਿਕੀ ਲਾ ਕੇ ਉਹਦੇ ਵੱਲ ਵੇਖਣ ਲੱਗ ਗਿਆ। ਸੋਚਣ ਲੱਗਿਆ ਮਨਾ ਜੇ ਕੋਈ ਹੋਰ ਨਹੀਂ ਵੇਖਦਾ, ਕਬੂਤਰ ਤਾਂ ਵੇਖ ਰਿਹਾ। ਸੋਚਿਆ ਵੀ ਇਹਦੀ ਅੱਖਾਂ ਬੰਦ ਕਰ ਦੇਵਾਂ। ਫਿਰ ਮਨ 'ਚ ਖਿਆਲ ਆਇਆ ਮਨਾ ਫਿਰ ਮੈਂ ਵੇਖ ਰਿਹਾ, ਕਿਉਂਕਿ ਬਿਰਤੀ ਬਰੀਕ ਹੋ ਗਈ। ਸੋਚਣ ਲੱਗ ਗਿਆ। ਜਦੋਂ ਵਿਚਾਰ ਆਇਆ ਵੀ ਇਹਦੇ ਗਰਦਨ ਤੇ ਹੱਥ ਰੱਖ ਕੇ ਇਹਦੀਆਂ ਅੱਖਾਂ ਵੀ ਬੰਦ ਕਰ ਲਾਂ, ਮੈਂ ਵੀ ਅੱਖਾਂ ਬੰਦ ਕਰ ਲਾਂ, ਫਿਰ ਤਾਂ ਨਹੀਂ ਕੋਈ ਵੇਖਦਾ।
ਫਿਰ ਮਨ 'ਚ ਆਇਆ ਮਨਾ, ਫਿਰ ਉਹ ਵੇਖਣ ਵਾਲਾ ਸਾਰਿਆਂ ਨੂੰ ਰੱਬ ਵੇਖ ਰਿਹਾ। ਸੋਚਿਆ ਵੀ ਛੱਡ ਕੀ ਮਹੰਤੀ ਲੈਣੀ ਆ, ਪਾਪ ਕਾਹਦੇ ਲਈ ਕਮਾਉਣਾ ਹੈ, ਇਹ ਵਿਚਾਰੇ ਜੀਵ ਨੂੰ ਕਾਹਦੇ ਲਈ ਮਾਰਨਾ ਹੈ। ਦਇਆ ਆ ਗਈ। ਜਦੋਂ ਦਇਆ ਆਈ, ਦਇਆ ਧਰਮ ਕੋ ਮੂਲ ਹੈ, ਪਾਪ ਮੂਲ ਅਭਿਮਾਨ। ਧਰਮ ਦੀ ਜੜ ਦਇਆ ਗੀ। ਧੌਲ ਧਰਮ, ਧਰਮ ਕੋਈ ਧੌਲਾ ਬਲਦ ਨਹੀਂ, ਵਾਹਿਗੁਰੂ ਕੋਈ ਧੌਲਾ ਬਲਦ ਨਹੀਂ ਜਿਹੜਾ ਧਰਤੀ ਨੂੰ ਸਿੰਘਾਂ ਤੇ ਚੁੱਕੀ ਬੈਠਾ ਹੋਵੇ। ਮਹਾਰਾਜ ਕਹਿੰਦੇ ਭਾਈ ਧਰਤੀ ਦੇ ਭਾਰ ਨੂੰ ਚੁੱਕਣ ਵਾਲਾ ਧਰਮ ਰੂਪੀ ਧੌਲਾ ਬਲਦ ਹੈ। ਉਹ ਖੜਾ ਕਾਹਦੇ ਆਸਰੇ ਹੈ? ਦਇਆ ਕਾ ਪੂਤ, ਦਇਆ ਦੇ ਆਸਰੇ ਧਰਮ ਟਿਕਦਾ ਹੈ। ਜਿਸ ਬੰਦੇ ਅੰਦਰ ਦਇਆ ਨਹੀਂ ਉੱਥੇ ਧਰਮ ਹੈ ਨਹੀਂ। ਧੌਲ ਧਰਮ ਦਇਆ ਕਾ ਪੂਤ। ਕਹਿੰਦੇ ਧੌਲਾ ਬਲਦ ਫਿਰ ਕਾਸੇ ਨਾਲ ਬੰਨਿਆ ਵੀ ਹੁੰਦਾ, ਰੱਸੀ ਨਾਲ, ਸੰਗਲ ਨਾਲ। ਮਹਾਰਾਜ ਕਹਿੰਦੇ ਸੰਤੋਖ ਥਾਪ ਰੱਖਿਆ ਜਨਸੂਤ। ਧਰਮ ਤਾਂ ਟਿਕਦਾ ਜੇ ਦਇਆ ਹੋਵੇ, ਦਇਆ ਤਾਂ ਆਉਂਦੀ ਹੈ ਜੇ ਸੰਤੋਖ ਹੋਵੇ। ਸਤਿਗੁਰੂ ਮਹਾਰਾਜ ਦੇ ਫਰਮਾਨ ਅਨੁਸਾਰ ਉਹ ਗੁਰਮੁਖ ਨੇ ਜਦੋਂ ਕਬੂਤਰ ਲਿਆ ਕੇ ਮਹਾਤਮਾ ਅੱਗੇ ਰੱਖ ਦਿੱਤਾ, ਕਹਿਣ ਲੱਗਾ ਜੀ ਲਓ ਮੈਂ ਨਹੀਂ ਮਾਰ ਸਕਦਾ। ਕਹਿੰਦੇ ਕਿਉਂ, ਕੀ ਹੋ ਗਿਆ? ਕਹਿੰਦਾ ਜੀ ਜੇ ਇੱਥੇ ਕੋਈ ਨਹੀਂ ਵੇਖਦਾ ਉੱਥੇ ਰੱਬ ਵੇਖਦਾ ਹੈ। ਕਹਿਣ ਲੱਗੇ ਮਹਾਤਮਾ, ਕਹਿੰਦੇ ਸ਼ਾਬਾਸ਼ ਤੂੰ ਮੇਰਾ ਜੇਠਾ ਚੇਲਾ। ਦੂਜਾ ਕਹਿੰਦਾ ਸੰਤ ਜੀ ਕਬੂਤਰ ਤਾਂ ਮੈਂ ਵੀ ਮਾਰ ਕੇ ਲਿਆਇਆ ਜਿੱਥੇ ਕੋਈ ਨਹੀਂ ਸੀ ਵੇਖਦਾ। ਕਹਿੰਦੇ ਭਲਿਆ ਲੋਕਾ ਗੱਦੀ ਖਾਤਰ ਅੱਜ ਕਬੂਤਰ ਮਾਰਿਆ, ਕੱਲ ਨੂੰ ਗਰਦਨ ਮੇਰੀ ਘੋਟੇਗਾ, ਮੇਰੀ ਗਰਦਨ ਮਰੋੜੇਗਾ, ਮੈਨੂੰ ਮਾਰੇਗਾ, ਤੂੰ ਐਸਾ ਪਾਪੀ। ਇਹ ਐਸੇ ਇੱਕ ਜੀਵ ਨੂੰ, ਬੇਜਵਾਨ ਪੰਛੀ ਨੂੰ ਉਹ ਤੇ ਦਇਆ ਕਰਕੇ ਵਾਪਸ ਲਿਆਇਆ ਵੀ ਰੱਬ ਸਭ ਥਾਵਾਂ ਤੇ ਵੇਖਦਾ ਹੈ। ਇਹ ਯੋਗ ਹੈ ਸਾਧਨਾ ਕਰਨ ਦੇ। ਸਤਿਗੁਰੂ ਮਹਾਰਾਜ ਵੀ ਕਹਿੰਦੇ ਭਾਈ ਤੇਰੇ ਮਨ ਦੇ ਵਿੱਚ ਖਿਆਲ ਆਵੇ ਤੂੰ ਵਾਹਿਗੁਰੂ ਦੂਰ ਆ, ਜਾਣਤ ਦੂਰ, ਪਰ ਚੇਤੇ ਰੱਖ ਤੁਮ ਹੈ ਪ੍ਰਭ ਨੇਰ। ਉਹ ਤਾਂ ਤੇਰੇ ਹੱਥਾਂ ਪੈਰਾਂ ਤੋਂ ਵੀ ਤੇਰੇ ਹਿਰਦੇ 'ਚ ਭਗਤ ਕਬੀਰ ਜੀ ਕਹਿੰਦੇ ਨੇੜੇ ਐ। ਉਤ ਤਾਕੈ ਉਤ ਤੇ ਉਤ ਪੇਖੈ, ਆਵੈ ਲੋਭੀ ਫੇਰ। ਕਹਿੰਦੇ ਲੋਭ ਦੇ ਵਿੱਚ ਹਲਕਾਇਆ ਹੋਇਆ ਮਨੁੱਖ, ਹਲਕੇ ਹੋਏ ਕੁੱਤੇ ਦੀ ਨਿਆਈ ਇਹ ਨਹੀਂ ਵੇਖਦਾ ਵੀ ਇਹ ਮੇਰਾ ਮਾਲਕ ਆ ਜਾਂ ਕੋਈ ਬਗਾਨਾ ਹੈ। ਹਲਕੇ ਕੁੱਤੇ ਦੀ ਨਿਆਈ ਜਿਹੜਾ ਸਾਹਮਣੇ ਆ ਗਿਆ ਉਸੇ ਨੂੰ ਚੱਕ ਮਾਰਨ ਲੱਗ ਜਾਂਦਾ, ਵੱਢਣ ਲੱਗ ਜਾਂਦਾ। ਲੋਭੀ ਮਨੁੱਖ ਦੀ ਹਾਲਤ ਦਸਾ ਹਲਕਾਏ ਕੁੱਤੇ ਦੀ ਨਿਆਈ ਬਾਣੀ 'ਚ ਕਹੀ ਹੈ। ਲੱਭ ਕੁੱਤਾ ਕੂੜ ਚੂਹੜਾ ਠੱਗ ਖਾਧਾ ਮੁਰਦਾਰ। ਲੱਭ ਕੁੱਤਾ ਕਿਹਾ। ਲੋਭੀ ਦਾ ਵੇਸਾਹੋ ਮਹਾਰਾਜ ਕਹਿੰਦੇ ਕਦੇ ਨਹੀਂ ਕਰਨਾ, ਭਰੋਸਾ ਕਦੇ ਨਹੀਂ ਕਰਨਾ। ਉਹਨੇ ਧੋਖਾ ਦੇਣਾ ਹੀ ਆ। ਉਹਨੇ ਨਹੀਂ ਵੇਖਣਾ ਵੀ ਮੇਰਾ ਆਪਣਾ ਹੈ, ਉਹਨੇ ਨਹੀਂ ਵੇਖਣਾ ਵੀ ਮੇਰਾ ਭਰਾ ਹੈ ਜਾਂ ਮੇਰੀ ਭੈਣ ਹੈ ਜਾਂ ਮੇਰਾ ਪਰਿਵਾਰ ਹੈ ਜਾਂ ਮੇਰਾ ਮਿੱਤਰ ਹੈ ਜਾਂ ਮੇਰਾ ਸਾਥੀ ਹੈ। ਉਹਨੇ ਜਿੱਥੇ ਮੌਕਾ ਬਣ ਗਿਆ ਉਸੇ ਵੇਲੇ ਠੱਗ ਲੈਣਾ, ਛਲ ਕਰ ਲੈਣਾ। ਤੁਸੀਂ ਜੀਵਨ 'ਚ ਝਾਤ ਮਾਰ ਕੇ ਵੇਖੋ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨਾਲ ਇਹ ਠੱਗੀ ਹੋਈ ਹੁੰਦੀ ਹੈ, ਛਲ ਹੋਇਆ ਹੁੰਦਾ, ਕਪਟ ਹੋਇਆ ਹੁੰਦਾ। ਕਿਉਂਕਿ ਸੰਸਾਰ ਦੇ ਵਿੱਚ ਕੁੱਤਾ ਦਾ ਜਦੋਂ ਵੇਖਦੇ ਆ ਕੋਈ ਕੋਈ ਹਲਕਦਾ ਮਨੁੱਖ ਤਾਂ ਥਾਂ ਥਾਂ ਲੋਭੀ ਹੋਇਆ ਪਿਆ। ਲੋਭ ਦੀਆਂ ਘਟਨਾਵਾਂ ਸੁਣਦੇ ਆ ਵੀ ਥੋੜ੍ਹੀ ਜਿਹੀ ਜ਼ਮੀਨ ਖਾਤਰ, ਥੋੜ੍ਹੀ ਜਿਹੀ ਜਗ੍ਹਾ ਖਾਤਰ ਮਾਪਿਆਂ ਨੂੰ ਘਰਾਂ 'ਚੋਂ ਕੱਢਤਾ, ਜਾਂ ਭਰਾ ਨੇ ਭਰਾ ਨੂੰ ਮਾਰਤਾ, ਥੋੜ੍ਹੀ ਜਿਹੀ ਮਾਇਆ ਖਾਤਰ ਪਰਿਵਾਰਾਂ ਦੇ ਵਿੱਚ ਕਤਲ ਹੋ ਜਾਂਦੇ ਆ, ਦੋਸਤੀਆਂ ਟੁੱਟ ਜਾਂਦੀਆਂ, ਸਾਲਾਂ ਦੀਆਂ ਮਿੱਤਰਤਾਵਾਂ ਖਤਮ ਹੋ ਜਾਂਦੀਆਂ, ਰਿਸ਼ਤੇਦਾਰੀਆਂ ਟੁੱਟ ਜਾਂਦੀਆਂ। ਕਿਸ ਕਾਰਨ? ਲੋਭ ਕਰਕੇ। ਕਿਉਂਕਿ ਮਨੁੱਖ ਲੋਭ ਦਾ ਹਲਕਿਆ ਹੋਇਆ। ਜਦ ਕਿ ਸਾਨੂੰ ਮਹਾਰਾਜ ਦਾ ਹੁਕਮ ਹੈ ਕੂਕਰ ਦ੍ਰਿਸ਼ਟ ਨ ਕਬਹੂ ਮਨ ਧਰਨੀ, ਸ਼ੇਰ ਦ੍ਰਿਸ਼ਟ ਹੋਇਆ ਗੁਰਮੁਖ ਵਰਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਅੱਜ ਸਮਝਾਉਂਦੇ ਐ, ਐ ਮਨੁੱਖ ਉਤ ਤੱਕ ਹੈ, ਤੂੰ ਕਦੇ ਕਿੱਧਰ ਉੱਤਰ ਵਾਲੇ ਪਾਸੇ ਵੇਖਦਾ ਹੈ ਜਾਂ ਪੂਰਬ ਵਾਲੇ ਪਾਸੇ ਮਾਇਆ ਵੇਖਦਾ, ਉੱਧਰੋਂ ਨਹੀਂ ਮਿਲੀ ਪੱਛਮ ਵੱਲ ਦੌੜਦਾ ਹੈ, ਕਿਤੇ ਦੱਖਣ ਵੱਲ ਦੌੜਦਾ ਹੈ, ਮਾਇਆ ਦੀ ਖਾਤਰ ਦੇਸ਼ਾਂ ਵਿਦੇਸ਼ਾਂ ਤੱਕ ਘੁੰਮਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਵੈ ਲੋਭੀ ਫੇਰ ਬਾਰ ਬਾਰ ਭਰਮਦਾ ਹੈ, ਬਾਰ ਬਾਰ ਮਾਇਆ ਦੇ ਲਈ
ਛਲ ਕਪਟ ਕਰਦਾ ਹੈ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਜਬ ਲਗ ਟੁਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ। ਜਿੰਨਾ ਚਿਰ ਇਹ ਭਰਮ ਬਣਿਆ ਹੋਇਆ ਵੀ ਮੈਨੂੰ ਵਾਹਿਗੁਰੂ ਦੇਖ ਨਹੀਂ ਰਿਹਾ ਜਾਂ ਵਾਹਿਗੁਰੂ ਮੇਰੇ ਅੰਗ ਸੰਗ ਨਹੀਂ ਹੈ, ਉਹਨਾਂ ਚਿਰ ਮੁਕਤੀ ਨਹੀਂ। ਜਿੰਨਾ ਚਿਰ ਭਰਮ ਹੈ ਉਹਨਾਂ ਚਿਰ ਬੰਦ ਖਲਾਸੀ ਨਹੀਂ ਹੈ। ਭਰਮ ਕੀ ਹੈ? ਜੈਸਾ ਮਾਨੀ ਹੈ ਹੋਏ ਨਾ ਤੈਸਾ। ਭਗਤ ਰਵਿਦਾਸ ਜੀ ਉਹਦਾ ਬਚਨ ਹੈ। ਭਰਮ ਕੀ ਹੈ? ਜੈਸਾ ਮਾਨੀ ਹੈ, ਅਸੀਂ ਮੰਨ ਬੈਠੇ ਹਾਂ ਵੀ ਇਹ ਸੰਸਾਰ 'ਚ ਹਮੇਸ਼ਾ ਰਹਿਣਾ ਹੈ, ਅਸੀਂ ਸੱਚ ਮੰਨ ਚੁੱਕੇ ਹਾਂ, ਪਰ ਹੋਏ ਨਾ ਤੈਸਾ। ਭਗਤ ਜੀ ਕਹਿੰਦੇ ਇਹ ਭਰਮ ਜਿੰਨਾ ਚਿਰ ਸਾਡੇ ਮਨ 'ਚ ਹੈ ਉਹਨਾਂ ਚਿਰ ਅਸੀਂ ਰੱਬ ਨੂੰ ਅੰਗ ਸੰਗ ਨਹੀਂ ਮੰਨ ਸਕਦੇ। ਜਦ ਕਿ ਹੁਕਮ ਹੈ ਦੁਕਾਲੰ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ। ਜਦ ਕਿ ਹੁਕਮ ਹੈ ਟੁਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜੂਰ ਖੁਦਾਏ। ਉਹ ਤਾਂ ਹਰ ਸਮੇਂ ਹਾਜ਼ਰ ਨਾਜ਼ਰ ਹੈ, ਉਹ ਤਾਂ ਕਿਤੇ ਗਿਆ ਨਹੀਂ, ਉਹ ਤਾਂ ਹਰ ਥਾਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਤੱਕ ਤੇਰਾ ਭਰਮ ਨਹੀਂ ਮਿਟਦਾ ਉਦੋਂ ਤੱਕ ਭਾਈ ਕੋਈ ਵੀ ਤੂੰ ਕਿਤੇ ਵੀ ਮੁਕਤ ਨਹੀਂ ਹੈ। ਕਹੋ ਨਾਨਕ ਦਇਆਲ ਸੁਆਮੀ। ਗੁਰੂ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਸ਼ਬਦ ਦੇ ਉੱਪਰ ਸਮਾਪਤੀ ਦੇ ਅੰਦਰ ਅਖੀਰਲੀ ਤੁਕ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਸੰਤ ਭਗਤ ਜਨ ਸੋਈ। ਮਹਾਰਾਜ ਕਹਿੰਦੇ ਭਾਵੇਂ ਕੋਈ ਕਿੱਡਾ ਹੀ ਸੰਤ ਕਹਾਈ ਜਾਵੇ, ਜਿੰਨਾ ਚਿਰ ਭਰਮ ਨਹੀਂ ਮਿਟਿਆ, ਜਿੰਨਾ ਚਿਰ ਸਾਸ ਗਰਾਸ ਨਾਮ ਨਹੀਂ ਚੱਲਦਾ, ਉਹਨਾਂ ਚਿਰ ਸਤਿਗੁਰੂ ਜੀ ਕਹਿੰਦੇ ਭਾਈ ਉਹ ਸੰਤ ਨਹੀਂ ਹੈ। ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਦ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤੋ ਸੰਤ ਹੈ। ਸੰਤ ਬੇਅੰਤ ਨੇ, ਬਾਣੀ 'ਚ ਸੰਤ ਮੰਨੇ ਹੈ, ਪਰ ਇਹ ਨਹੀਂ ਵੀ ਹਰ ਕੋਈ ਆਪਣੇ ਨਾਮ ਨਾਲ ਸੰਤ ਲਿਖਾ ਕੇ ਸੰਤਾਂ ਵਾਂਗੂ ਕੱਪੜੇ ਸੰਤ ਨਹੀਂ ਹੁੰਦੇ, ਕਮਾਈ ਸੰਤ ਹੁੰਦੀ ਹੈ। ਜੇ ਕੱਪੜਿਆਂ ਵਾਲਾ ਭੇਖੀ ਸੰਤ ਹੁੰਦਾ ਕੱਲਾ ਤਾਂ ਸਤਿਗੁਰੂ ਜੀ ਨੇ ਲੱਛਣ ਲਿਖਦਿਆਂ ਹੋਇਆਂ ਨਾਲ ਕੱਪੜਿਆਂ ਦਾ ਜ਼ਿਕਰ ਕਰ ਦੇਣਾ ਸੀ, ਪਰ ਕਮਾਈ ਦਾ ਕੀਤਾ। ਜਿੰਨਾ ਸਾਸ ਗਰਾਸ ਨਾ ਵਿਸਰਾਏ, ਜਿਹਨੂੰ ਸਾਸ ਗਰਾਸ ਆਉਂਦੇ ਜਾਂਦੇ ਸਵਾਸ ਭੁੱਲਦਾ ਨਹੀਂ, ਜਿਹਦੇ ਹਿਰਦੇ ਵਿੱਚ ਨਾਮ ਦਾ ਮੰਤਰ ਹਿਰਦੇ ਦੇ ਵਿੱਚ ਵਸ ਗਿਆ, ਮਹਾਰਾਜ ਕਹਿੰਦੇ ਉਹ ਸੰਤ ਹੈ। ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਦ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਸੰਤ ਭਗਤ ਜਨ ਸੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤ ਹਰ ਕੋਈ ਕਹਿੰਦਾ ਵੀ ਫਲਾਣਾ ਤਾਂ ਬੜਾ ਭਗਤ ਬੰਦਾ ਹੈ, ਬੜਾ ਫਲਾਣਾ ਤਾਂ ਭਾਈ ਬੜਾ ਭਗਤ ਹੈ, ਬੜੀ ਕਮਾਈ ਕਰਦਾ ਹੈ, ਪਰ ਭਗਤ ਫਰੀਦ ਜੀ ਨੇ ਨਿਸ਼ਾਨੀਆਂ ਦੱਸੀਆਂ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਉਹ ਭਗਤ ਹੈ ਜਨ ਸੋਈ। ਜਨ ਵੀ ਹਰ ਇੱਕ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ, ਮੈਂ ਗੁਰੂ ਦਾ ਜਾਣਾ ਹੈ, ਮੈਂ ਗੁਰੂ ਦਾ ਸੇਵਕ ਹਾਂ। ਗੁਰੂ ਰਾਮਦਾਸ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੇ, ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਉਹ ਜਾਣੈ ਹਰ ਜਨ ਐਸਾ ਚਾਹੀਐ, ਜੈਸਾ ਹਾਰੀ ਹੋਏ। ਜੀ ਤੇ ਮਹਾਰਾਜ ਕਹਿੰਦੇ ਭਾਈ ਉਹ ਵਾਹਿਗੁਰੂ ਦਇਆ ਕਰਦਾ ਹੈ, ਉਹ ਮਾਲਕ ਸੁਆਮੀ ਦਇਆ ਕਰਦਾ ਹੈ। ਸੰਤ ਭਗਤ ਜਨ ਸੋਈ। ਉਹੀ ਸੰਤ ਦੀ ਅਵਸਥਾ ਪਾਉਂਦਾ ਹੈ, ਉਹੀ ਭਗਤ ਦੀ ਅਵਸਥਾ ਪਾਉਂਦਾ ਹੈ, ਉਹੀ ਜੀਵਨ ਵਿੱਚ ਜਨ ਬਣਦਾ ਹੈ। ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ ਹੈ, ਸੱਚਖੰਡ ਤੋਂ ਸਮੁੱਚੀ ਲੋਕਾਈ ਲਈ ਸਾਂਝਾ ਉਪਦੇਸ਼ ਬਖਸ਼ਿਆ। ਸਤਿਗੁਰੂ ਨੇ ਦਇਆ ਕਰਕੇ ਆਪਣਾ ਮਿਹਰ ਭਰਿਆ ਸਿਰ 'ਤੇ ਹੱਥ ਰੱਖ ਕੇ ਆਪ ਸੰਗਤਾਂ ਨਾਲ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਵਾਈ। ਅਨੰਤ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ, ਬਖਸ਼ ਲੈਣਾ ਜੀ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫੇਰ ਸਰਵਣ ਕਰੀਏ ਜੀ। ਜਬ ਲਗ ਟੁਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ। ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।